ਪੁਸਤਕ ਸੇ ਕਿਨੇਹਿਆਂ ਦਾ ਅਗਲਾ ਭਾਗ। ਪੁਰਾਣੇ ਸੰਗੀਆਂ ਨੂੰ ਬਾਬਾ ਜੀ ਦੀ ਭਾਲ। ਬਾਬਾ ਜੀ ਛੁਪ ਲਈ ਬਿਨਾਂ ਕਿਸੇ ਨੂੰ ਬਹੁਤਾ ਦੱਸੇ ਇਸ ਸਥਾਨ 'ਤੇ ਆ ਗਏ ਸਨ। ਪੁਰਾਣੇ ਸੰਗਤੀ ਵੀ ਬਾਬਾ ਜੀ ਦੀ ਖੋਜ ਭਾਲ ਕਰ ਰਹੇ ਸਨ। ਸਹਿਜੇ ਸਹਿਜੇ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਬਾਬਾ ਜੀ ਅੱਜ ਕੱਲ੍ਹ ਰਾਮਪੁਰ ਖੇੜੇ ਦੀ ਥੇਹ 'ਤੇ ਇਕਾਂਤ ਵਿੱਚ ਭਜਨ ਲੀਨ ਹੋ ਕੇ ਪ੍ਰਭੂ ਵਸਲ ਦਾ ਆਨੰਦ ਮਾਣ ਰਹੇ ਹਨ। ਪਿਆਰ ਅਤੇ ਖਿੱਚ ਇੱਕ ਐਸੀ ਵਸਤੂ ਹੈ ਜੋ ਲੱਖਾਂ ਮੀਲਾਂ ਤੋਂ ਵੀ ਆਪਣੇ ਸੂਖਮ ਪ੍ਰੇਮ ਡੋਰੀ ਰਾਹੀਂ ਖਿੱਚ ਪਾ ਕੇ ਖਿੱਚ ਲੈਂਦੀ ਹੈ। ਸੋ ਪ੍ਰੇਮ ਵਸ ਹੋਏ ਆਤਮਕ ਪੰਧ ਹੀ ਇੱਥੇ ਆਉਣੇ ਸ਼ੁਰੂ ਹੋ ਗਏ। ਰਾਤ ਨੂੰ ਰਿਹਾਇਸ਼ ਦਾ ਅਤੇ ਲੰਗਰ ਦਾ ਪ੍ਰਬੰਧ ਨਾ ਹੋਣ ਕਾਰਨ ਬਾਹਰੋਂ ਆਏ ਪ੍ਰੇਮੀ ਦਿਨ ਭਰ ਬਾਬਾ ਜੀ ਦੀ ਸੰਗਤ ਦਾ ਆਨੰਦ ਮਾਣਦੇ ਅਤੇ ਰਾਤ ਨੂੰ ਆਰਾਮ ਅਤੇ ਪੇਟ ਆਹਾਰ ਵਾਸਤੇ ਬਾਬਾ ਜੀ ਆਪ ਜਾਂ ਕਿਸੇ ਹੋਰ ਪ੍ਰੇਮੀ ਨਾਲ ਉਹਨਾਂ ਆਏ ਗੁਰਮੁਖਾਂ ਨੂੰ ਪਿੰਡ ਬਾਲੇ ਜਾਂ ਸਰਦਾਰ ਬਾਬਾ ਸਿੰਘ ਗੋਂਦਪੁਰ ਵਾਲਿਆਂ ਦੇ ਡੇਰੇ ਭੇਜ ਦਿੰਦੇ। ਥੋੜ੍ਹੇ ਹੀ ਸਮੇਂ ਬਾਅਦ ਸੰਗਤ ਦੀ ਪ੍ਰੇਰਨਾ ਕਰਨ ਤੇ ਛੱਪਰੀ ਦੇ ਉੱਤਰ ਵਾਲੇ ਪਾਸੇ ਇੱਕ ਪੱਕੀ ਗੁਫਾ ਤੇ ਗੁਫਾ ਅੱਗੇ 6 ਫੁੱਟ ਦਾ ਵਰਾਂਡਾ ਬਣਾਉਣ ਦਾ ਗੁਰਮਤਾ ਪਾਸ ਹੋਇਆ, ਜਿਹਦੀ ਨੀਂਹ 17 ਵਿਸਾਖ 2008 ਬਿਕਰਮੀ ਮਤਲਬ 29 ਅਪ੍ਰੈਲ 1951 ਨੂੰ ਰੱਖੀ ਤੇ 15-20 ਦਿਨਾਂ 'ਚ ਹੀ ਪੱਕੀ ਗੁਫਾ ਬਣ ਕੇ ਤਿਆਰ ਹੋ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼। ਗੁਫਾ ਦੀ ਤਿਆਰੀ ਤੋਂ ਬਾਅਦ ਬਾਬਾ ਜੀ ਦੇ ਮਨ 'ਚ ਵਿਚਾਰ ਬਣ ਗਿਆ ਕਿ ਗੁਫਾ ਕਾਫੀ ਸੁੰਦਰ ਬਣੀ ਹੈ, ਕਿਉਂ ਨਾ ਇੱਥੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਦਈਏ ਅਤੇ ਅੱਗੇ ਜੋ ਵਰਾਂਡਾ ਉਸ ਵਿੱਚ ਆਪਣੀ ਰਿਹਾਇਸ਼ ਰੱਖ ਲਈਏ। ਇਸ ਤਰ੍ਹਾਂ ਜੋ ਸੰਗਤ ਬਾਹਰੋਂ ਆਉਂਦੀ ਹੈ ਉਹ ਵੀ ਸਤਿਗੁਰੂ ਜੀ ਦੇ ਦਰਸ਼ਨ ਕਰਿਆ ਕਰੇਗੀ ਅਤੇ ਸਾਨੂੰ ਵੀ ਸਤਿਗੁਰੂ ਜੀ ਦੀ ਸੇਵਾ ਦਾ ਆਹਾਰ ਬਣ ਜਾਏਗਾ। ਗੁਫਾ ਦੀ ਤਿਆਰੀ ਉਪਰੰਤ ਸਤਿਗੁਰੂ ਜੀ ਦੇ ਪ੍ਰਕਾਸ਼ ਕਰਨ ਲਈ ਲੋੜੀਂਦਾ ਸਮਾਨ ਤਿਆਰ ਹੋ ਗਿਆ। ਪਿੰਡ ਬਾਲਿਆਂ ਤੋਂ ਸਤਿਗੁਰੂ ਜੀ ਦਾ ਸਰੂਪ ਲਿਆ ਕੇ ਬਾਬਾ ਜੀ ਨੇ ਆਪਣੇ ਸ੍ਰੇਸ਼ਟ ਫੁਰਨੇ ਨੂੰ ਪੂਰਾ ਕਰ ਲਿਆ। ਹੁਣ ਤੜਕੇ ਉੱਠ ਇਸ਼ਨਾਨ ਸੋਧਣ ਉਪਰੰਤ ਆਪ ਬੜੇ ਸ਼ਰਧਾ ਪਿਆਰ ਭਾਵਨੀ ਸਹਿਜ ਸ਼ਬਦ ਪੜ੍ਹਦੇ, ਸਤਿਗੁਰੂ ਜੀ ਦਾ ਪ੍ਰਕਾਸ਼ ਕਰਦੇ, ਹੁਕਮਨਾਮਾ ਲੈਣ ਉਪਰੰਤ ਸਤਿਗੁਰਾਂ ਦੀ ਹਜ਼ੂਰੀ 'ਚ ਹੀ ਸਾਰਾ ਨਿਤਨੇਮ ਕਰਦੇ। ਪਿੰਡ ਬਾਲੇ ਲੰਗਰ ਛਕਣ ਉਪਰੰਤ ਸਾਰਾ ਸਿਮਰਨ ਦਾ ਨਿਯਮ ਵੀ ਗੁਰੂ ਹਜ਼ੂਰੀ 'ਚ ਪੂਰਾ ਕਰਦੇ। ਬਾਬਾ ਜੀ ਦੱਸਿਆ ਕਰਦੇ ਸਨ ਕਿ ਜਦੋਂ ਪਹਿਲੇ ਦਿਨ ਸਤਿਗੁਰੂ ਜੀ ਦਾ ਪ੍ਰਕਾਸ਼ ਕੀਤਾ, ਸ਼ਾਮ ਦਾ ਸਮਾਂ ਹੋਇਆ ਤਾਂ ਮਨ 'ਚ ਵਿਚਾਰ ਆਈ ਕਿ ਸ਼ਾਮ ਨੂੰ ਸਤਿਗੁਰੂ ਜੀ ਦੇ ਅਸਥਾਨ 'ਤੇ ਚਾਨਣ ਕਿਸ ਚੀਜ਼ ਨਾਲ ਕੀਤਾ ਜਾਏ। ਘਿਓ ਸਾਡੇ ਪਾਸ ਹੈ ਨਹੀਂ, ਮਿੱਟੀ ਦਾ ਤੇਲ ਅਸੀਂ ਸਤਿਗੁਰੂ ਜੀ ਦੇ ਹਜ਼ੂਰ ਬਾਲਣਾ ਨਹੀਂ, ਕਿਉਂਕਿ ਕਿਸੇ ਸਮੇਂ ਸਿੱਖਾਂ ਨੇ 10ਵੇਂ ਸਤਿਗੁਰਾਂ ਪਾਸੋਂ ਪੁੱਛਿਆ ਸੀ ਕਿ ਕੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਅਸੀਂ ਮਿੱਟੀ ਦਾ ਤੇਲ ਬਾਲ ਸਕਦੇ ਹਾਂ, ਤਾਂ ਹਜ਼ੂਰ ਨੇ ਬੜੇ ਸਖਤ ਸ਼ਬਦਾਂ 'ਚ ਇਨਕਾਰ ਕੀਤਾ ਸੀ। ਮਾਟੀ ਕਾ ਤੇਲ ਜੋ ਇਸ ਪਰ ਜਾਲੇ, ਮਾਟੀ ਕਾ ਤੇਲ ਫਿਰ ਉਸੀ ਕੋ ਜਾਲੇ। ਮਿੱਟੀ ਦਾ ਤੇਲ ਬਾਲਣ ਨਾਲ ਇੱਕ ਤਾਂ ਮੁਸ਼ਕ ਪੈਦਾ ਹੁੰਦਾ ਹੈ ਅਤੇ ਦੂਜਾ ਧੂੰਆਂ ਵੀ ਕਾਫੀ ਕੁੜੱਤਣ ਵਾਲਾ ਹੁੰਦਾ ਹੈ। ਸੋ ਅਸੀਂ ਇਹਨਾਂ ਵਿਚਾਰਾਂ 'ਚ ਹੀ ਸੀ ਕਿ ਇੱਕ ਮਾਤਾ ਅੱਧ ਸੇਰ ਦੇ ਕਰੀਬ ਦੇਸੀ ਘਿਓ ਲੈ ਕੇ ਆ ਪੁੱਜੀ ਅਤੇ ਕਹਿਣ ਲੱਗੀ ਕਿ ਸਾਡੀ ਨਵੀਂ ਮੱਝ ਸੂਈ ਸੀ, ਕਈ ਦਿਨਾਂ ਤੋਂ ਇਸ ਮੱਝ ਦੇ ਮੱਖਣ ਨੂੰ ਗਰਮ ਕਰਕੇ ਘਿਓ ਕੁਟੀਆ ਲੈ ਕੇ ਆਉਣ ਦਾ ਵਿਚਾਰ ਸੀ। ਪਹਿਲੇ ਮੈਂ ਪਰਸੋਂ ਆਉਣਾ ਸੀ, ਪਰ ਘਿਓ ਥੋੜ੍ਹਾ ਹੋਣ ਕਾਰਨ ਮੈਂ ਨਹੀਂ ਆਈ। ਅੱਜ ਹੁਣ ਸਵੇਰ ਦਾ ਹੀ ਮਨ ਬਣਿਆ ਸੀ ਕਿ ਜਿੰਨਾ ਵੀ ਹੈ ਇਹ ਘਿਓ ਮੈਂ ਜਾ ਕੇ ਦੇ ਆਵਾਂ। ਬਾਬਾ ਜੀ ਨੇ ਉਹ ਘਿਓ ਬੀਬੀ ਦੇ ਬਰਤਨ 'ਚੋਂ ਕੱਢ ਲਿਆ ਅਤੇ ਬਰਤਨ ਉਹਨੂੰ ਵਾਪਸ ਕਰ ਦਿੱਤਾ। ਘਿਓ ਲੈ ਕੇ ਸਤਿਗੁਰਾਂ ਦੇ ਹਜ਼ੂਰ ਕੌਲੀ ਦਾ ਦੀਵਾ ਬਣਾ ਕੇ ਜੋਤ ਜਗਾਈ, ਨਾਲੇ ਸਤਿਗੁਰੂ ਜੀ ਦਾ ਅਤਿਅੰਤ ਧੰਨਵਾਦ ਕੀਤਾ ਕਿ ਹਜ਼ੂਰ ਜੀ ਆਪ ਜੀ ਤਾਂ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ ਹੋ, ਆਪ ਹੀ ਪ੍ਰੇਰਕ ਹੋ। ਆਪ ਜੀ ਨੇ ਪ੍ਰੇਰਨਾ ਦੇ ਕੇ ਦਾਸ ਦੇ ਮਨ ਦੀ ਸ਼ਰਧਾ ਪੂਰੀ ਕੀਤੀ ਹੈ। ਉਸ ਦਿਨ ਤੋਂ ਲੈ ਕੇ ਸਾਰਾ ਸਮਾਂ ਘਿਓ ਦੀ ਜੋਤ ਜਗਾ ਕੇ ਸਤਿਗੁਰਾਂ ਦੇ ਚਰਨ 'ਚ ਲੋ ਕਰਦੇ ਰਹੇ ਅਤੇ ਜਦੋਂ ਘਿਓ ਮੁੱਕਣ ਦੇ ਨੇੜੇ ਹੋਣਾ ਤਾਂ ਸਤਿਗੁਰੂ ਜੀ ਨੇ ਕਿਸੇ ਨਾ ਕਿਸੇ ਨੂੰ ਪ੍ਰੇਰਨਾ ਦੇ ਕੇ ਹੋਰ ਘਿਓ ਭਿਜਵਾ ਦੇਣਾ। ਕਦੀ ਵੀ ਘਿਓ ਦੀ ਤੋਟ ਨਹੀਂ ਆਈ ਸੀ। ਫਿਰ ਬਿਜਲੀ ਦਾ ਪ੍ਰਬੰਧ ਹੋ ਗਿਆ। ਹਰ ਰੋਜ਼ ਸੋਦਰ ਤੇ ਨਿਤਨੇਮ ਤੋਂ ਬਾਅਦ ਥੋੜ੍ਹਾ ਆਹਾਰ ਕਰਕੇ ਬਾਹਰ ਖੇਤ ਵਿੱਚ ਉੱਤਰ ਵਾਲੇ ਪਾਸੇ ਮੰਜੇ ਢਾ ਲੈਣੇ, ਕਿਉਂਕਿ ਉਸ ਉੱਚੇ ਸਥਾਨ 'ਤੇ ਜਿੱਥੇ ਕਿ ਹੁਣ ਗੁਰਦੁਆਰਾ ਸਾਹਿਬ ਹੈ, ਸਾਰੇ ਬੋੜਾਂ ਦੇ ਲੰਬੇ ਲੰਬੇ ਡਾਲੇ ਇੱਕ ਦੂਜੇ 'ਚ ਫਸੇ ਹੋਏ ਸਨ। ਉੱਪਰ ਇੱਲਾਂ ਇਤਿਆਦਿਕ ਜਾਨਵਰਾਂ ਦੇ ਬੇਅੰਤ ਆਲ੍ਹਣੇ ਸਨ ਜੋ ਬਾਹਰੋਂ ਮਰੇ ਹੋਏ ਪਸ਼ੂਆਂ ਦੀਆਂ ਹੱਡੀਆਂ ਮਾਸ ਆਦਿ ਆਲ੍ਹਣਿਆਂ 'ਚ ਲਿਆ ਰੱਖਦੀਆਂ ਸਨ, ਕਾਫੀ ਗੰਦ ਪਾਉਂਦੀਆਂ ਸਨ। ਫਿਰ ਮੰਜੇ ਉੱਪਰ ਬੈਠ ਕੇ ਨੇਮ ਨਾਲ ਬਾਬਾ ਜੀ ਨੇ ਗੁਰੂ ਨਾਨਕ ਚਮਤਕਾਰ ਜਾਂ ਕਲਗੀਧਰ ਚਮਤਕਾਰ ਦੀ ਸਾਖੀ ਕਰੀਬਨ ਘੰਟਾ ਜਾਂ 1.5 ਘੰਟਾ ਸੁਣਨੀ ਅਤੇ ਜਦੋਂ ਇੱਕ ਚਮਤਕਾਰ ਦਾ ਭੋਗ ਪੈ ਜਾਂਦਾ ਫਿਰ ਦੂਸਰਾ ਆਰੰਭ ਕਰ ਦੇਣਾ। ਇਹ ਸਾਖੀਆਂ ਸੁਣਾਉਣ ਦੀ ਸੇਵਾ ਬਾਬਾ ਜੀ ਨੇ ਦਾਸ ਦੇ ਜਿੰਮੇ ਲਾਈ ਸੀ। ਪਹਿਲੇ ਦਿਨਾਂ 'ਚ ਅਸੀਂ ਦੋਵੇਂ, ਮੈਂ ਤੇ ਬਾਬਾ ਜੀ ਹੁੰਦੇ ਸੀ ਅਤੇ ਕਈ ਵਾਰ ਕਈ ਬਾਹਰੋਂ ਮਿਲਣ ਵਾਸਤੇ ਸੰਗਤ ਦੇ 1-2 ਸਰੀਰ ਆ ਜਾਣੇ ਤਾਂ ਮਨ 'ਚ ਬੜੀ ਖੁਸ਼ੀ ਹੋਣੀ ਕਿ ਅੱਜ ਅਸੀਂ 3-4 ਸਰੀਰ ਹੋ ਗਏ ਹਾਂ। ਸਤਿਗੁਰਾਂ ਦੇ ਕੌਤਕ ਪੜ੍ਹਨ ਸੁਣਨ ਉਪਰੰਤ ਸੋਹਲੇ ਅਤੇ ਹੋਰ ਸ਼ਬਦਾਂ ਦਾ ਪਾਠ ਕਰਕੇ ਬਿਰਾਜ ਜਾਣਾ।
ਇਹਨਾਂ ਹੀ ਦਿਨਾਂ 'ਚ ਸੰਗਤ ਦੀ ਪ੍ਰੇਰਨਾ ਸਦਕਾ ਜਿੱਥੇ ਹੁਣ ਜੋੜਾ ਘਰ ਹੈ, ਉਹਦੇ ਨਾਲ ਹੀ ਪਾਣੀ ਦੀ ਲੋੜ ਪੂਰੀ ਕਰਨ ਲਈ ਸੰਗਤਾਂ ਦੀ ਪ੍ਰੇਰਨਾ ਨਾਲ ਬਾਬਾ ਜੀ ਨੇ ਨਲਕਾ ਲਵਾ ਦਿੱਤਾ ਤਾਂ ਜੋ ਬਾਹਰੋਂ ਆਈ ਸੰਗਤ ਨੂੰ ਪਾਣੀ ਦੀ ਔਖ ਨਾ ਹੋਵੇ। ਅਗਲਾ ਭਾਗ, ਭੁੱਖੈ ਕੋ ਦੇਵਤ ਆਧਾਰ। ਬਾਬਾ ਜੀ ਨਿਤਨੇਮ ਦੇ ਨਾਲ ਹਰ ਰੋਜ਼ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੁਣਦੇ ਜਾਪ ਕਰਿਆ ਕਰਦੇ ਸੀ। ਇੱਕ ਦਿਹਾੜੇ ਲਿਵਲੀਨ ਬਿਰਤੀ ਨਾਲ ਆਪ ਜੀ ਪਾਠ ਕਰ ਰਹੇ ਸਨ। ਜਦੋਂ ਇਹਨਾਂ ਪੰਕਤੀਆਂ 'ਤੇ ਪਾਠ ਆਇਆ, ਮਿਰਤਕ ਕੋ ਜੀਵਾਲਣਹਾਰ, ਭੁੱਖੇ ਕੋ ਦੇਵਤ ਆਧਾਰ, ਆਪ ਜੀ ਰੁਕ ਗਏ। ਇਹ ਪੰਕਤੀਆਂ ਹੀ ਬਾਰ-ਬਾਰ ਕਈ ਵਾਰੀ ਦੁਹਰਾਈਆਂ। ਗੁਰਬਾਣੀ ਚੰਕਤ ਆਸ਼ੇ ਦੀ ਵਿਚਾਰ ਮਨ 'ਚ ਪ੍ਰਬਲ ਹੋ ਰਹੀ ਸੀ ਕਿ ਪਰਮੇਸ਼ਰ ਦੇ ਨਾਮ 'ਚ ਕਿੰਨੀ ਵੱਡੀ ਸ਼ਕਤੀ ਹੈ ਜੋ ਮਰੇ ਹੋਏ ਨੂੰ ਵੀ ਜੀਵਤ ਕਰ ਦਿੰਦੀ ਹੈ। ਅੰਨ ਜਲ ਦੀ ਥਾਂ ਸਰੀਰ ਨੂੰ ਆਧਾਰ ਵੀ ਦਿੰਦੀ ਹੈ। ਸੋ ਇਹਨਾਂ ਤੁਕਾਂ ਨੂੰ ਅਮਲੀ ਤੌਰ 'ਤੇ ਪਰਖ ਲਈਏ ਤਾਂ ਜੋ ਅਗਾਂਹ ਕਿਸੇ ਵੀ ਜਗਿਆਸੂ ਨੂੰ ਡੰਕੇ ਦੀ ਚੋਟ ਨਾਲ ਕਹਿ ਸਕੀਏ ਕਿ ਭਾਈ ਨਾਮੀ ਤੇ ਉਹਦੇ ਨਾਮ ਵਿੱਚ ਕਿੰਨੀ ਵੱਡੀ ਮਹਾਨਤਾ ਹੈ। ਸਰੀਰ ਦੀਆਂ ਸਾਰੀਆਂ ਲੋੜਾਂ ਨਾਮ ਆਸਰੇ ਪੂਰੀਆਂ ਹੁੰਦੀਆਂ। ਪੂਰੀਆਂ ਹੀ ਨਹੀਂ ਹੁੰਦੀਆਂ, ਉਹ ਸਰੀਰ ਜੋ ਸਰੀਰਕ ਲੋੜਾਂ ਮਹਿਸੂਸ ਕਰਦਾ ਹੈ, ਉਹਨੂੰ ਜਿਉਂਦਾ ਰੱਖਣ ਵਾਸਤੇ ਜੋ ਸਰੀਰਕ ਆਹਾਰ ਹੈ ਉਹ ਵੀ ਨਾਮ ਦੁਆਰਾ ਪੂਰਾ ਹੋ ਸਕਦਾ ਹੈ। ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਇਆ। ਗਰਮੀ ਦੇ ਦਿਨ ਸੀ। ਉਸੇ ਵੇਲੇ ਬਾਬਾ ਜੀ ਉੱਤਰ ਵਾਲੇ ਪਾਸੇ ਜੋ ਭਾਈ ਬਾਵਾ ਸਿੰਘ ਜੀ ਦਾ ਡੇਰਾ ਸੀ ਉੱਥੇ ਨੂੰ ਚੱਲ ਪਏ। ਸੁਨੇਹਾ ਦੇ ਆਏ ਕਿ ਜਦੋਂ ਸੁਰਜੀਤ ਸਿੰਘ ਸਰਦਾਰ ਬਾਵਾ ਸਿੰਘ ਦਾ ਲੜਕਾ ਆਵੇ ਉਹਨੂੰ ਸਾਡੇ ਪਾਸ ਭੇਜ ਦੇਣਾ, ਉਸ ਨਾਲ ਕੋਈ ਜ਼ਰੂਰੀ ਕੰਮ ਹੈ। ਬਾਬਾ ਜੀ ਨੇ ਮਨ 'ਚ ਫੈਸਲਾ ਤਾਂ ਪਹਿਲਾਂ ਹੀ ਕਰ ਲਿਆ ਸੀ ਕਿ ਇਸ ਪੰਕਤੀ ਦੀ ਪਰਖ ਕੱਲ੍ਹ ਤੋਂ ਆਰੰਭ ਕਰ ਦੇਣੀ ਹੈ। ਸ਼ਾਮ ਪਈ। ਕੰਮ ਤੋਂ ਵਿਹਲਾ ਹੋ ਕੇ ਸੁਰਜੀਤ ਸਿੰਘ ਬਾਬਾ ਜੀ ਪਾਸ ਪੁੱਜ ਗਿਆ। ਆਪ ਜੀ ਨੇ ਭਾਈ ਸੁਰਜੀਤ ਸਿੰਘ ਨੂੰ ਕਿਹਾ ਕਿ ਸੁਰਜੀਤ ਸਿੰਘ, ਅਸੀਂ 40 ਦਿਨ ਵਾਸਤੇ ਇਸ ਗੁਫਾ 'ਚ ਸਿਮਰਨ ਭਜਨ ਕਰਨਾ ਹੈ। ਕੋਈ ਅੰਨ ਜਲ ਗ੍ਰਹਿਣ ਨਹੀਂ ਕਰਨਾ। ਤੁਸੀਂ 4-5 ਦਿਨ ਧਿਆਨ ਰੱਖਣਾ। ਸ਼ਾਮ ਨੂੰ ਜਾਂ ਸਵੇਰੇ ਆ ਕੇ ਇਹ ਜੋ ਗੁਫਾ ਦਾ ਰੌਸ਼ਨਦਾਨ ਹੈ ਇਸ ਚੀਜ਼ ਸਾਡੇ ਸਰੀਰ ਨੂੰ ਦੇਖ ਜਾਇਆ ਕਰੋ। ਜੇ ਸਾਡਾ ਸਰੀਰ ਛੁੱਟ ਗਿਆ ਤਾਂ ਦਾਹ ਸੰਸਕਾਰ ਕਰ ਦੇਈਂ, ਐਵੇਂ ਸਰੀਰ ਖਰਾਬ ਨਾ ਹੋਏ। ਅਤੇ ਜੇ 4-5 ਦਿਨ ਠੀਕ ਰਿਹਾ ਫਿਰ ਕੋਈ ਖੇਚਲ ਕਰਨ ਦੀ ਲੋੜ ਨਹੀਂ। ਇਹ ਬਚਨ ਸੁਣ ਕੇ ਪ੍ਰੇਮੀ ਦਾ ਮਨ ਭਰ ਗਿਆ ਕਿ ਸ਼ਾਇਦ ਸੱਚਮੁੱਚ ਹੀ ਕੋਈ ਭਾਣਾ ਨਾ ਵਰਤ ਜਾਏ। ਪਰ ਬਾਬਾ ਜੀ ਨੇ ਦਿਲਾਸਾ ਦਿੱਤਾ ਅਤੇ ਕਿਹਾ ਕਿ ਪਰਮੇਸ਼ਰ ਦੇ ਭਾਣੇ 'ਚ ਹੀ ਰਹਿਣਾ ਠੀਕ ਹੈ। ਸਾਨੂੰ ਪੱਕਾ ਦ੍ਰਿੜ ਨਿਸ਼ਚੈ ਕਿ ਸਾਡੇ ਸਰੀਰ ਨੂੰ ਕੁਛ ਨਹੀਂ ਹੋਏਗਾ। ਇਹ ਤਾਂ ਕੇਵਲ ਤੈਨੂੰ ਗਿਆਤ ਵਜੋਂ ਦੱਸਿਆ ਕਿ ਸ਼ਾਇਦ ਜੇ ਕੋਈ ਭਾਣਾ ਵਰਤ ਜਾਵੇ ਤਾਂ ਸਰੀਰ ਐਵੇਂ ਪਿਆ ਖਰਾਬ ਨਾ ਹੋਵੇ। ਅੰਨ ਜਲ ਤੋਂ ਬਗੈਰ ਜਾਪ। ਸੋ ਅਗਲੇ ਦਿਨ ਸਵੇਰ ਦਾ ਨਿਤਨੇਮ ਕਰਕੇ ਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਕੀਤੀ ਕਿ ਹੇ ਗਰੀਬ ਨਿਵਾਜ, ਆਪ ਜੀ ਦੇ ਬਚਨਾਂ ਦੀ ਕਮਾਈ ਕਰਕੇ ਵੇਖਣ ਵਾਸਤੇ 40 ਦਿਨ ਲਈ ਆਪ ਜੀ ਦੇ ਚਰਨਾਂ 'ਚ ਸਾਡਾ ਇਹ ਨਿਮਾਣਾ ਸਰੀਰ ਹਾਜ਼ਰ ਹੈ। ਆਪ ਜੀ ਨਾਮ ਦਾ ਆਹਾਰ ਬਖਸ਼ਿਸ਼ ਕਰਕੇ ਮੇਰਾ ਵਰਸਾਓ। ਸਿਮਰਨ ਆਰੰਭ ਕਰ ਦਿੱਤਾ। ਆਪ ਜੀ ਤੜਕੇ 2 ਵਜੇ ਉੱਠ ਖਲੋਂਦੇ। ਇਸ਼ਨਾਨ ਕਰਨ ਉਪਰੰਤ ਗੁਰੂ ਮਹਾਰਾਜ ਜੀ ਵੱਲੋਂ ਬਖਸ਼ਿਸ਼ ਕੀਤਾ ਹੋਇਆ ਨਿਤਨੇਮ ਕਰਦੇ। ਉਸ ਤੋਂ ਪਿੱਛੋਂ ਸੁਖਮਨੀ ਸਾਹਿਬ ਜੀ ਦਾ ਪਾਠ ਬੜੇ ਰੰਗ 'ਚ ਸਹਿਜ ਨਾਲ ਕਰਦੇ। ਸਾਰਾ ਦਿਨ ਵਾਹਿਗੁਰੂ ਗੁਰੂ ਮੰਤਰ ਦਾ ਜਾਪ ਕਰਦੇ। ਸੋਦਰ ਦੇ ਪਾਠ ਦੀ ਹਾਜ਼ਰੀ ਲਵਾ ਕੇ 10 ਵਜੇ ਰਾਤ ਤੱਕ ਫਿਰ ਸਿਮਰਨ 'ਚ ਜੁਟ ਜਾਂਦੇ। ਉਪਰੰਤ ਅੱਧਾ ਕੁ ਘੰਟਾ ਇਸ ਗੁਫਾ 'ਚੋਂ ਰਾਤ ਨੂੰ ਬਾਹਰ ਨਿਕਲ ਕੇ ਥੋੜ੍ਹਾ ਤੁਰ ਫਿਰ ਲੈਂਦੇ। 11 ਵਜੇ ਦੇ ਕਰੀਬ ਸੋਹਿਲੇ ਦਾ ਪਾਠ ਕਰਕੇ ਥੋੜ੍ਹਾ ਆਰਾਮ ਕਰਦੇ। ਇਸ ਪ੍ਰਕਾਰ ਨਿਤ ਕਿਰਿਆ ਬਣਾ ਲਈ। ਬਾਬਾ ਜੀ ਦੱਸਦੇ ਸਨ, ਉਹਨਾਂ ਨੇ ਆਪਣੇ ਜੀਵਨ 'ਚ ਜੋ ਕੈਸੇਟ ਵਿੱਚ ਰਿਕਾਰਡ ਹੈ ਉਸ 'ਚ ਦੱਸਿਆ ਹੈ ਕਿ 40 ਦਿਨ ਦਾ ਸਮਾਂ ਐਸੇ ਆਨੰਦ 'ਚ ਬੀਤਿਆ ਜਿਹਦਾ ਵਰਣਨ ਨਹੀਂ ਕੀਤਾ ਜਾ ਸਕਦਾ। ਅੰਨ ਦੀ ਭੁੱਖ ਜਾਂ ਜਲ ਦੀ ਪਿਆਸ ਲੱਗਣੀ ਤਾਂ ਇੱਕ ਪਾਸੇ ਰਹੀ, ਅੰਦਰੋਂ ਇਹਨਾਂ ਨੂੰ ਗ੍ਰਹਿਣ ਕਰਨ ਵਾਸਤੇ ਮਨ 'ਚ ਵਾਸ਼ਨਾ ਤੱਕ ਵੀ ਪੈਦਾ ਨਹੀਂ ਹੋਈ। ਨਾ ਹੀ ਸਰੀਰ 'ਚ ਕਿਸੇ ਕਿਸਮ ਦੀ ਕੋਈ ਕਮਜ਼ੋਰੀ ਮਹਿਸੂਸ ਹੋਈ। ਚੰਗੀ ਤਰ੍ਹਾਂ ਆਪਣੇ ਸਰੀਰ ਦੁਆਰਾ ਪਰਖ ਲਿਆ ਕਿ ਹਰ ਨਾਮ ਹਮਾਰਾ ਭੋਜਨ 36 ਪ੍ਰਕਾਰ, ਜਿਤ ਖਾਈਐ ਹਮਕੋ ਤ੍ਰਿਪਤ ਪਈ। 40 ਦਿਨਾਂ ਬਾਅਦ ਅਰਦਾਸ ਕਰਕੇ ਗੁਰੂ ਮਹਾਰਾਜ ਜੀ ਦਾ ਧੰਨਵਾਦ ਕੀਤਾ। ਇਹਨਾਂ ਦਿਨਾਂ 'ਚ ਸਤਿਗੁਰੂ ਜੀ ਨੇ ਹੋਰ ਬੇਅੰਤ ਆਤਮਕ ਉੱਨਤੀ ਤੇ ਨਾਮ ਦਾ ਰਸ ਪ੍ਰਦਾਨ ਕੀਤਾ ਜੋ ਦੱਸਿਆ ਨਹੀਂ ਜਾ ਸਕਦਾ, ਕੇਵਲ ਅਨੁਭਵ ਵੀ ਕੀਤਾ ਜਾ ਸਕਦਾ ਹੈ। ਚੰਗੀ ਤਰ੍ਹਾਂ ਨਿਸ਼ਚਾ ਹੋ ਗਿਆ ਕਿ ਸਤਿਗੁਰੂ ਜੀ ਨੇ ਗੁਰੂ ਕੀ ਬਾਣੀ 'ਚ ਜੋ ਵੀ ਅੱਖਰ ਲਿਖਣਾ ਕੀਤਾ ਹੈ ਉਹ ਪੱਥਰ ਉੱਪਰ ਲਕੀਰ ਵਾਂਗ ਅਮਿੱਟ ਹੈ। ਅਜੇ ਪੱਥਰ ਦੀ ਲਕੀਰ ਤਾਂ ਸ਼ਾਇਦ ਮਿਟ ਜਾਏ, ਪਰ ਗੁਰਬਾਣੀ ਦੇ ਜੋ ਬਚਨ ਹਨ ਸਦੀਵ ਕਾਲ ਅਟਲ ਸੱਚਾਈ ਹਨ। ਗਿਰ ਬਸੁਦਾ ਜਲ ਪਵਨ ਜਾਏਗੋ, ਇੱਕ ਸਾਧ ਬਚਨ ਅਟ ਲਾਧਾ। ਹੁਣ ਤਾਂ ਕੇਵਲ ਸਾਡੇ ਆਪਣੇ ਵਿੱਚ ਹੀ ਹੈ। ਜੋ ਪ੍ਰਾਣੀ ਦ੍ਰਿੜਤਾ ਦੇ ਨਾਲ ਗੁਰਬਾਣੀ ਦੀ ਵਾਕਾਂ ਉੱਤੇ ਨਿਸ਼ਚਾ ਕਰ ਲਏ ਉਸ ਉੱਤੇ ਜ਼ਰੂਰ ਗੁਰਬਾਣੀ ਦੀ ਪਾਰਸ ਕਲਾ ਵਰਤਦੀ ਹੈ। ਲੋੜ ਕੇਵਲ ਗੁਰੂ ਦੇ ਬਚਨਾਂ ਨੂੰ ਸੱਤ ਕਰਕੇ ਮੰਨਣ ਦੀ ਹੈ। ਤਾਂ ਹੀ ਗੁਰਦੇਵ ਚੌਥੇ ਪਾਤਸ਼ਾਹ ਜੀ ਨੇ ਗੁਰਸਿੱਖਾਂ ਪ੍ਰਤੀ ਹੁਕਮ ਕੀਤਾ ਹੈ ਕਿ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰਸਿੱਖੋ,
ਹਰ ਕਰਤਾ ਆਪ ਮੂੰਹੋਂ ਕਢਾਏ। ਜੇ ਕਿਸੇ ਨੂੰ ਕੋਈ ਸ਼ੱਕ ਹੈ ਤਾਂ ਆਪਣੇ ਜੀਵਨ 'ਚ ਗੁਰਬਾਣੀ ਦੇ ਸਿਧਾਂਤ ਨੂੰ ਪਰਖ ਕੇ ਵੇਖ ਲਵੇ। ਬਿਨਾਂ ਪਰਖ ਕੀਤੇ ਪਰਮੇਸ਼ਰ ਜੀ ਦੀ ਬਾਣੀ ਪ੍ਰਤੀ ਤਰਕ ਕਰਨੀ ਆਪਣੇ ਆਪ ਨਾਲ ਬਹੁਤ ਵੱਡਾ ਧਰੋਹ ਹੈ, ਪਾਪ ਹੈ, ਮਹਾਂਪਾਪ ਹੈ। ਜੋ ਗੁਰੂ ਬਚਨਾਂ ਨੂੰ ਸੱਚ ਮੰਨ ਕੇ ਯਕੀਨ ਭਰੋਸੇ ਸਹਿਤ ਗੁਰਬਾਣੀ ਉੱਪਰ ਨਿਸ਼ਚਾ ਕਰਦਾ ਹੈ, ਉਹ ਵਾਹਿਗੁਰੂ ਜੀ 'ਚ ਲੀਨ ਹੋ ਕੇ ਉਹਦਾ ਰੂਪ ਬਣ ਜਾਂਦਾ ਹੈ। ਸਤਿਗੁਰ ਕੀ ਬਾਣੀ ਸਤ ਸਤ ਕਰ ਮਾਨੋ, ਇਹ ਆਤਮ ਰਾਮੈ ਲੀਨਾ ਹੈ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਸਤਿਗੁਰੂ ਜੀ ਦੀ ਬਾਣੀ ਸੱਚ ਦਾ ਸਰੂਪ ਹੈ। ਗੁਰਬਾਣੀ ਦੁਆਰਾ ਭਰੋਸਾ ਕਰਨ ਨਾਲ ਹੀ ਸਤ ਸਰੂਪ ਦਾ ਰੂਪ ਬਣ ਸਕੀਦਾ ਹੈ। ਅਗਲਾ ਭਾਗ। ਹਿੱਚ ਹੈ ਤਾਂ ਪ੍ਰੇਮ ਕੈ ਚਾਬਕ ਮਾਰੋ। ਹੈਡਮਾਸਟਰ ਪੂਰਨ ਸਿੰਘ ਜੀ, ਜੋ ਕਿ ਗੁਰਮਤ ਦੀ ਕਮਾਈ ਤੇ ਬੰਦਗੀ ਵਾਲੇ ਗੁਰਸਿੱਖ ਸਨ, ਦਾਸ ਦੇ ਦੁਨਿਆਵੀ ਰਿਸ਼ਤੇ 'ਚੋਂ ਚਾਚਾ ਜੀ ਲੱਗਦੇ ਸਨ। ਆਪ ਜੀ BA BT ਕਰਕੇ ਖਾਲਸਾ ਹਾਈ ਸਕੂਲ ਗੜਦੀਵਾਲਾ 'ਚ ਹਿਸਾਬ ਪੜ੍ਹਾਉਣ ਦੇ ਮਾਸਟਰ ਲੱਗ ਗਏ। ਗੁਰਮਤ ਦੀ ਲਗਨ ਤਾਂ ਛੋਟੀ ਅਵਸਥਾ ਤੋਂ ਹੀ ਸੀ। ਪੂਰਬਲੇ ਉੱਤਮ ਸੰਸਕਾਰਾਂ ਨੂੰ ਛੇਤੀ ਉਜਾਗਰ ਕਰਨ ਲਈ ਉਹਨਾਂ ਨੇ ਬਾਬਾ ਜੀ ਦੀ ਸੰਗਤ ਕਰਨੀ ਆਰੰਭ ਕਰ ਦਿੱਤੀ। ਬਾਬਾ ਜੀ ਨੇ ਪ੍ਰੇਰਨਾ ਦਿੱਤੀ ਕਿ ਮਾਸਟਰ ਜੀ, ਜਿੱਥੇ ਤੁਸੀਂ ਦੁਨਿਆਵੀ ਉਚੇਰੀ ਵਿੱਦਿਆ ਪ੍ਰਾਪਤ ਕੀਤੀ ਹੈ, ਜੇ ਤੁਸੀਂ ਥੋੜ੍ਹਾ ਹੋਰ ਯਤਨ ਕਰੋ ਤਾਂ ਸਤਿਗੁਰਾਂ ਨੇ ਜੋ ਬ੍ਰਹਮ ਵਿੱਦਿਆ ਦਾ ਖਜ਼ਾਨਾ ਸਾਨੂੰ ਬਖਸ਼ਿਸ਼ ਕੀਤਾ ਹੈ, ਜਿਹਦਾ ਰਤਨ ਲਾਲ ਜਾਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ ਹੈ, ਉਸ ਖਜ਼ਾਨੇ ਵਿੱਚੋਂ ਵੀ ਤੁਸੀਂ ਕੁਝ ਲਾਹਾ ਪ੍ਰਾਪਤ ਕਰੋ। ਕਿਉਂਕਿ ਇੱਕ ਤਾਂ ਆਪਦੇ ਆਤਮਿਕ ਸੰਸਕਾਰ ਬੜੇ ਉੱਤਮ ਹਨ, ਦੂਸਰੇ ਤੁਸੀਂ ਬੱਚਿਆਂ ਨੂੰ ਪੜ੍ਹਾਉਂਦੇ ਹੋ। ਜਦੋਂ ਤੁਸੀਂ ਇਸ ਬ੍ਰਹਮ ਵਿੱਦਿਆ ਦੇ ਖਜ਼ਾਨੇ 'ਚੋਂ ਕੀਮਤੀ ਰਤਨ ਲਾਲ ਪ੍ਰਾਪਤ ਕਰ ਲਏ ਤਾਂ ਤੁਸੀਂ ਹੋਰ ਕਈ ਵਿਦਿਆਰਥੀਆਂ ਨੂੰ ਜੋ ਤੁਹਾਡੇ ਪਾਸ ਦੁਨਿਆਵੀ ਵਿੱਦਿਆ ਪ੍ਰਾਪਤ ਕਰਨ ਆਉਂਦੇ ਹੈ, ਉਹਨਾਂ ਨੂੰ ਆਤਮਿਕ ਧਨ ਪ੍ਰਾਪਤ ਕਰਨ ਦੀ ਚੇਟਕ ਲਾ ਸਕਦੇ ਹੋ। ਹੈਡਮਾਸਟਰ ਪੂਰਨ ਸਿੰਘ ਜੀ ਨੇ ਬਾਬਾ ਜੀ ਨੂੰ ਪੁੱਛਿਆ ਕਿ ਬਾਬਾ ਜੀ, ਆਪ ਜੀ ਦਾ ਇਸ਼ਾਰਾ ਕੀ ਕਰਨ ਦਾ ਹੈ? ਕਿਰਪਾ ਕਰਕੇ ਸਪਸ਼ਟ ਸ਼ਬਦਾਂ 'ਚ ਦੱਸਣਾ ਕਰੋ। ਬਾਬਾ ਜੀ ਨੇ ਉੱਤਰ ਦਿੱਤਾ ਕਿ ਮਾਸਟਰ ਜੀ, ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਲੈਣੀ ਆਰੰਭ ਕਰ ਦਿਓ। ਜਿਉਂ-ਜਿਉਂ ਪ੍ਰੇਮ ਨਾਲ ਬਾਣੀ ਦੀ ਡੂੰਘਾਈ 'ਚ ਜਾਓਗੇ, ਗੁਰਬਾਣੀ ਨੂੰ ਵਿਚਾਰੋਗੇ, ਫਿਰ ਤੁਹਾਨੂੰ ਪਤਾ ਲੱਗੇਗਾ ਕਿ ਸੱਚਮੁੱਚ ਇਸ ਸੰਸਾਰਕ ਧਨ ਨਾਲੋਂ ਇਹ ਕਿੰਨਾ ਵੱਡਾ ਕੀਮਤੀ ਖਜ਼ਾਨਾ ਹੈ ਜੋ ਸਾਡੇ ਪਾਸ ਅਵੇਸਲਾ ਅਣਗੌਲਿਆ ਪਿਆ ਹੈ। ਸਕੂਲੋਂ ਛੁੱਟੀ ਕਰਕੇ ਤੁਸੀਂ ਸਿੱਧੇ ਇੱਥੇ ਸਾਡੇ ਪਾਸ ਆ ਜਾਇਆ ਕਰੋ ਅਤੇ ਇੱਥੇ ਹੀ ਆ ਕੇ ਜਲ ਪਾਣੀ ਛੱਕ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਲੈ ਕੇ ਫੇਰ ਘਰ ਜਾਇਆ ਕਰੋ। ਕਿਉਂਕਿ ਕਾਕਾ ਨਿਰਮਲ ਸਿੰਘ ਪੁੱਤਰ ਸਰਦਾਰ ਗੁਰਬਚਨ ਸਿੰਘ ਪਿੰਡ ਭਾਨੇ ਤੋਂ ਅਤੇ ਕਾਕਾ ਸੇਵਾ ਸਿੰਘ ਜੋ ਤੁਹਾਡਾ ਹੀ ਭਤੀਜਾ ਲੱਗਦਾ ਹੈ, ਉਹਨਾਂ ਨੇ 5 ਗ੍ਰੰਥੀ ਦੀ ਸੰਥਿਆ ਲੈ ਲਈ ਹੈ ਅਤੇ 1-2 ਦਿਨਾਂ ਤੱਕ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਸ਼ੁਰੂ ਕਰਨੀ ਹੈ। ਸਾਡੇ ਪਾਸ ਪੋਥੀਆਂ ਹਨ, ਤੁਸੀਂ ਤਿੰਨੇ ਇਕੱਠੀ ਸੰਥਿਆ ਸ਼ੁਰੂ ਕਰ ਦਿਓ। ਮਾਸਟਰ ਪੂਰਨ ਸਿੰਘ ਜੀ ਨੇ ਬਿਨਾਂ ਕਿਸੇ ਦੇਰੀ ਤੋਂ ਬਾਬਾ ਜੀ ਨੂੰ ਹਾਂ ਕਰ ਦਿੱਤੀ ਅਤੇ ਸੰਥਿਆ ਸ਼ੁਰੂ ਕਰਨ ਦਾ ਦਿਨ ਨਿਯਤ ਕਰ ਲਿਆ। ਸੰਥਿਆ ਸ਼ੁਰੂ ਹੋ ਗਈ। ਸੰਥਿਆ ਕਰਨ ਸਮੇਂ ਅਸੀਂ ਤਿੰਨੇ ਜਣੇ ਇੱਕ ਪੰਨਾ ਵਾਰੀ ਪੜ੍ਹਦੇ। ਬਾਬਾ ਜੀ ਨੇੜੇ ਬੈਠੇ ਪਾਠ ਸੁਣਦੇ ਰਹਿੰਦੇ। ਜਿੱਥੇ ਕੋਈ ਗਲਤੀ ਹੋ ਜਾਂਦੀ ਆਪ ਜੀ ਉਹਦੀ ਸੁਧਾਈ ਕਰਾ ਦਿੰਦੇ। ਨਾਲ ਜੋ ਔਖੇ ਸ਼ਬਦ ਬਾਣੀ 'ਚ ਆਉਂਦੇ ਉਹਨਾਂ ਦੇ ਅਰਥ ਵੀ ਕਾਪੀਆਂ 'ਤੇ ਲਿਖਾਈ ਜਾਂਦੇ। ਜਿੱਥੇ ਕੋਈ ਸੰਬੰਧਿਤ ਸਾਖੀ ਹੁੰਦੀ ਉਹਨੂੰ ਵੀ ਬੜੇ ਪਿਆਰ ਨਾਲ ਸੁਣਾਉਂਦੇ। ਹੁਣ ਹਰ ਰੋਜ਼ ਦਾ ਨਿਯਮ ਬਣ ਗਿਆ। ਮਾਸਟਰ ਪੂਰਨ ਸਿੰਘ ਜੀ ਨੇ ਸਕੂਲੋਂ ਪੜ੍ਹਾ ਕੇ ਅਸੀਂ ਦੋਵਾਂ ਨੇ ਸਕੂਲੋਂ ਪੜ੍ਹ ਕੇ ਸਿੱਧੇ ਬਸਤੇ ਲੈ ਕੇ ਬਾਬਾ ਜੀ ਪਾਸ ਆ ਜਾਣਾ। ਆਪ ਜੀ ਨੇ ਮੌਸਮ ਅਨੁਸਾਰ ਜਲ ਪਾਣੀ ਛਕਾ ਕੇ ਘੰਟਾ 1.5 ਘੰਟਾ ਸਾਨੂੰ ਸੰਥਿਆ ਦੇਣੀ। ਸਮਾਂ ਬੀਤਦਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਧੇ ਸਰੂਪ ਦੀ ਸੰਥਿਆ ਨਿਰਵਿਘਨ ਸੰਪੂਰਨ ਹੋ ਗਈ। ਇੱਕ ਦਿਨ ਮਾਸਟਰ ਪੂਰਨ ਸਿੰਘ ਜੀ ਨੂੰ ਬੁਖਾਰ ਨੇ ਆ ਘੇਰਿਆ। ਬੁਖਾਰ ਭਾਵੇਂ 102 ਦੇ ਕਰੀਬ ਸੀ। ਸਕੂਲ ਡਿਊਟੀ ਜਾਂਦੇ ਰਸਤੇ 'ਚ 2-3 ਵਾਰ ਬੈਠ ਕੇ ਆਪ ਜੀ ਗੜਦੀਵਾਲ ਸਕੂਲ ਪੁੱਜੇ। ਸਾਰਾ ਦਿਨ ਉੱਥੇ ਬੱਚਿਆਂ ਨੂੰ ਪੜ੍ਹਾਇਆ। ਸ਼ਾਮ ਨੂੰ ਜਦੋਂ ਆਪ ਜੀ ਬਾਬਾ ਜੀ ਪਾਸ ਪੁੱਜੇ ਤਾਂ ਆ ਕੇ ਲੰਮੇ ਪੈ ਗਏ। ਬਾਬਾ ਜੀ ਨੇ ਲੰਮੇ ਪੈਣ ਦਾ ਕਾਰਨ ਪੁੱਛਿਆ, ਜਲ ਪਾਣੀ ਛਕਾਇਆ। ਮਾਸਟਰ ਜੀ ਹੋਰਾਂ ਨੇ ਆਪਣੇ ਬੁਖਾਰ ਬਾਰੇ ਦੱਸਿਆ ਅਤੇ ਬਾਬਾ ਜੀ ਨੂੰ ਕਿਹਾ, ਮੈਂ ਅੱਜ ਬਿਮਾਰ ਹਾਂ, ਸੰਥਿਆ ਕੱਲ੍ਹ ਨੂੰ ਕਰ ਲਾਂਗੇ। ਆਪ ਨੇ ਕਿਹਾ, ਜਿਵੇਂ ਸਰੀਰ ਇਜਾਜ਼ਤ ਦਿੰਦਾ ਕਰ ਲਓ, ਪਰ ਜੇਕਰ ਸਰੀਰ ਮੰਨੇ ਤਾਂ ਬੇਸ਼ੱਕ ਅੱਧਾ ਘੰਟਾ ਹੀ ਸੰਥਿਆ ਕਰ ਲਓ, ਨਾਗਾ ਨਾ ਪਏਗਾ। ਆਪ ਨੇ ਫਿਰ ਨਾ 'ਚ ਹੀ ਉੱਤਰ ਦਿੱਤਾ। ਬਾਬਾ ਜੀ ਨੇ ਪੁੱਛਿਆ, ਮਾਸਟਰ ਜੀ ਬੁਖਾਰ ਕਦੋਂ ਦਾ ਹੋਇਆ? ਆਪ ਨੇ ਦੱਸਿਆ, ਰਾਤ ਦਾ ਬੁਖਾਰ ਚੜ੍ਹਿਆ ਹੋਇਆ। ਬਾਬਾ ਜੀ ਨੇ ਦੂਸਰਾ ਸਵਾਲ ਕੀਤਾ ਕਿ ਸਕੂਲ ਕਿਸ ਤਰ੍ਹਾਂ ਗਏ ਸੀ? ਮਾਸਟਰ ਜੀ ਨੇ ਉੱਤਰ ਦਿੱਤਾ, 3-4 ਵਾਰੀ ਰਸਤੇ 'ਚ ਬੈਠ ਕੇ ਮਸਾਂ ਪੁੱਜੇ। ਤੀਸਰਾ ਸਵਾਲ ਬਾਬਾ ਜੀ ਨੇ ਕੀਤਾ, ਮਾਸਟਰ ਜੀ ਕੀ ਉੱਥੇ ਬੱਚਿਆਂ ਨੂੰ ਵੀ ਪੜ੍ਹਾਇਆ ਸੀ? ਆਪ ਜੀ ਨੇ ਉੱਤਰ ਦਿੱਤਾ ਕਿ ਸਾਰੇ ਪੀਰੀਅਡ ਲਾਏ ਸਨ ਅਤੇ ਹੁਣ ਆਉਣ ਲੱਗੇ ਦਵਾਈ ਲਈ ਹੈ। ਬੁਖਾਰ ਨੂੰ ਹੁਣ ਕੁਝ ਫਰਕ ਪੈ ਗਿਆ। ਬਾਬਾ ਜੀ ਨੇ ਕਿਹਾ, ਮਾਸਟਰ ਜੀ ਵੇਖੋ, ਦੁਨਿਆਵੀ ਡਿਊਟੀ ਤਾਂ ਤੁਸੀਂ ਬੁਖਾਰ ਚੜ੍ਹਿਆਂ ਸਾਰਾ ਦਿਨ ਨਿਭਾਈ ਹੈ।
ਕਿਉਂਕਿ ਉਹ ਮਜਬੂਰੀ ਸੀ ਅਤੇ ਸਾਹਮਣੇ ਦਿਸਦਾ ਸੀ ਜੇ ਸਕੂਲੋਂ ਗੈਰ ਹਾਜ਼ਰ ਹੋਏ ਤਾਂ ਅਜੇ ਨਵੇਂ ਨਿਯੁਕਤ ਹੋਏ ਆ, ਕਿਤੇ ਨੌਕਰੀ 'ਚ ਫਰਕ ਨਾ ਪੈ ਜਾਏ। ਸਵੇਰ ਤੋਂ ਸ਼ਾਮ ਤੱਕ ਤਾਂ ਬੁਖਾਰ ਨੇ ਕੁਛ ਨਹੀਂ ਕਿਹਾ ਅਤੇ ਹੁਣ ਕੇਵਲ ਅੱਧਾ ਘੰਟਾ ਜੋ ਸਾਡਾ ਅਸਲੀ ਕੰਮ ਹੈ ਉਹਨੂੰ ਕਰਨ ਲਈ ਮਨ ਢੇਰੀ ਢਾਈ ਜਾਂਦਾ ਹੈ। ਮਾਸਟਰ ਜੀ ਜ਼ਰਾ ਅੰਦਰ ਧਿਆਨ ਮਾਰ ਕੇ ਸੋਚੋ ਕਿ ਕੀ ਮਨ ਠੀਕ ਕਰ ਰਿਹਾ। ਹੁਣ ਤਾਂ ਤੁਹਾਡੇ ਕਹਿਣ ਅਨੁਸਾਰ ਬੁਖਾਰ ਵੀ ਠੀਕ ਹੈ। ਥੋੜ੍ਹਾ ਚੁੱਪ ਰਹਿ ਕੇ ਮਾਸਟਰ ਪੂਰਨ ਸਿੰਘ ਜੀ ਨੇ ਉੱਤਰ ਦਿੱਤਾ ਕਿ ਬਾਬਾ ਜੀ ਵਾਕਈ ਆਪ ਜੀ ਨੇ ਸੱਚ ਕਿਹਾ। ਮੈਂ ਸਵੇਰੇ ਜਿਸ ਹਾਲਤ 'ਚ ਘਰੋਂ ਪੜ੍ਹਾਉਣ ਤੁਰਿਆ ਸੀ, ਸਾਰਾ ਦਿਨ ਸਕੂਲ ਦੀ ਡਿਊਟੀ ਨਿਭਾਈ ਹੈ, ਉਸ ਨਾਲੋਂ ਤਾਂ ਹੁਣ ਬੁਖਾਰ ਦੀ ਤਕਲੀਫ ਨਾਮ ਮਾਤਰ ਹੈ ਅਤੇ ਕੇਵਲ ਬੁਖਾਰ ਦੀ ਭੰਨ ਤੋੜ ਹੀ ਹੈ। ਅਤੇ ਹੁਣ ਅੱਧਾ ਘੰਟਾ ਵੀ ਗੁਰੂ ਮਹਾਰਾਜ ਜੀ ਦੀ ਬਾਣੀ ਦੀ ਸੰਥਿਆ ਲੈਣ ਨੂੰ ਵੀ ਮਨ ਆਲਸ ਕਰਦਾ। ਇਹਨਾਂ ਕਹਿ ਕੇ ਆਪ ਉੱਠ ਖਲੋਤੇ, ਕਹਿਣ ਲੱਗੇ, ਇਹ ਮਨ ਬੜਾ ਹਰਾਮੀ ਹੈ। ਚੰਗਿਆਈ ਆਲਕ ਕਰੇ, ਬੁਰਿਆਈ ਹੋਏ ਸੇਰ। ਆਪ ਜੀ ਨੇ 5 ਇਸ਼ਨਾਨਾਂ ਕਰਕੇ ਪਹਿਲਾਂ ਜਿੰਨਾ ਸਮਾਂ ਹੀ ਪੂਰੀ ਸੰਥਿਆ ਕੀਤੀ। ਭਾਵੇਂ ਬਾਬਾ ਜੀ ਨੇ 2-3 ਵਾਰ ਕਿਹਾ ਕਿ ਜੇ ਸਰੀਰ ਕੋਈ ਔਖ ਮੰਨਦਾ ਤਾਂ ਸੰਥਿਆ ਥੋੜ੍ਹੀ ਕਰ ਲਓ, ਪਰ ਆਪ ਨੇ ਕਿਹਾ ਕਿ ਮਨ ਵਾਕਈ ਦੁਨਿਆਵੀ ਕੰਮ ਤੋਂ ਔਖਿਆ ਹੋ ਕੇ ਵੀ ਕਰ ਲੈਂਦਾ ਹੈ। ਪਰ ਜੋ ਇਹਦਾ ਅਸਲੀ ਕੰਮ ਹੈ ਉਹਨੂੰ ਕਰਨ ਵੇਲੇ ਜੇ ਕਿਤੇ ਮਾੜਾ ਜਿਹਾ ਵੀ ਸਰੀਰ ਦੁਖਦਾ ਹੋਵੇ ਤਾਂ ਬਹਾਨਾ ਭਾਲ ਕੇ ਉਸ ਅਸਲੀ ਕੰਮ ਨੂੰ ਅੱਗੇ ਪਾ ਦਿੰਦਾ ਹੈ। ਬਾਬਾ ਜੀ ਨੇ ਸੰਥਿਆ ਪੂਰੀ ਹੋਣ ਬਾਅਦ ਗੁਰਬਾਣੀ ਦੁਆਰਾ ਸਮਝਾਇਆ ਕਿ ਸਰੀਰ ਪਾਸੋਂ ਵਿੱਤ ਅਨੁਸਾਰ ਕੰਮ ਲੈਣਾ ਚਾਹੀਦਾ ਹੈ, ਹੱਠ ਵੀ ਨਹੀਂ ਕਰਨਾ ਚਾਹੀਦਾ। ਪਰ ਜੇ ਮਨ ਸਰੀਰ ਪਾਸੋਂ ਦੁਨਿਆਵੀ ਕੰਮ ਤੇ ਕਰਵਾ ਲਏ ਅਤੇ ਇਸ ਦੁਨਿਆਵੀ ਕੰਮ ਨਾਲੋਂ ਸੌਖਾ ਕੰਮ ਜੋ ਪਰਮਾਰਥ ਦਾ ਕਰਨਾ ਹੈ ਉਸ ਲਈ ਅੜੇ ਤਾਂ ਬਾਬਾ ਕਬੀਰ ਜੀ ਦੇ ਕਥਨ ਅਨੁਸਾਰ ਚੱਲ ਰੇ ਬੈਕੁੰਠ ਤੁਝੇ ਲੈ ਤਾਰੋ, ਹਿੱਚ ਹੈ ਤਾਂ ਪ੍ਰੇਮ ਕੇ ਚਾਬੁਕ ਮਾਰੋ ਦੀ ਜੁਗਤੀ ਵਰਤਣੀ ਚਾਹੀਦੀ ਹੈ, ਕਿਉਂਕਿ ਮਨ ਬੜਾ ਹਰਾਮੀ ਹੈ। ਸਤਿਗੁਰਾਂ ਨੇ ਇਹਨੂੰ ਅਨੇਕ ਪ੍ਰਕਾਰ ਨਾਲ ਸਮਝਾਉਣਾ ਕੀਤਾ ਹੈ। ਮਨ ਖੁਟਹਰ ਤੇਰਾ ਨਹੀਂ ਵਿਸਾਸ, ਤੂੰ ਮਹਾਂ ਉਦਮਾਦਾ, ਖਰਕਾ ਪੈਖਰ ਤੋਂ ਛੁਟੇ ਜੋ ਉੱਪਰ ਲਾਦਾ। ਸੋ ਵੇਖੋ ਮਾਸਟਰ ਜੀ, ਜੇ ਤੁਸੀਂ ਮਨ ਨੂੰ ਥੋੜ੍ਹੀ ਜਿਹੀ ਢਿੱਲ ਦੇ ਦਿੰਦੇ ਹੋ, ਅੱਜ ਦੀ 1 ਘੰਟੇ ਦੀ ਸੰਥਿਆ ਪਿੱਛੇ ਪੈ ਜਾਣੀ ਸੀ। 1 ਘੰਟਾ ਜੋ ਗੁਰੂ ਪਾਤਸ਼ਾਹ ਦੀ ਸੰਗਤ ਹੋਈ ਹੈ, ਜਿਸ ਗੁਰੂ ਸੰਗਤ ਤੋਂ ਵੀ ਵਾਂਝੇ ਰਹਿ ਜਾਣਾ ਸੀ। ਸੋ ਮਨ ਕਈ ਵਾਰ ਆਪਣੇ ਅਸਲੀ ਕੰਮ ਕਰਨ ਤੋਂ ਕਤਰਾਉਂਦਾ ਹੈ। ਜੇ ਜ਼ਰਾ ਤਕੜੇ ਹੋ ਕੇ ਇਸ 'ਤੇ ਪਹਿਰਾ ਦਈਏ ਤਾਂ ਇਹ ਟਿਕਾਣੇ ਆ ਜਾਂਦਾ ਹੈ, ਅਤੇ ਜੇ ਮਨ ਨੂੰ ਢਿੱਲ ਦੇ ਦਈਏ ਤਾਂ ਬਹੁਤ ਵਾਰੀ ਇਹ ਬਹਾਨੇਬਾਜ਼ੀ ਕਰਕੇ ਲਾਹੇ ਤੋਂ ਵਿਰਵਾ ਕਰ ਦਿੰਦਾ ਹੈ। ਇਸ ਲਈ ਮਨ ਨੂੰ 5ਵੇਂ ਪਾਤਸ਼ਾਹ ਜੀ ਨੇ ਤਾੜਨਾ ਕੀਤੀ ਹੈ। ਰੇ ਮੂੜੇ ਲਾਹੇ ਕੋ ਤੂੰ ਢੀਲਾ ਢੀਲਾ, ਟੋਟੇ ਕੋ ਬੇਗ ਧਾਇਆ, ਸਸਤ ਵਖਰ ਤੂੰ ਕਿੰਨੈ ਨਾਹੀ, ਪਾਪੀ ਵੱਧਾ ਰੇ ਨਾਇਆ। ਸਾਲਾਨਾ ਅੱਸੂ ਮਹੀਨੇ ਦਾ ਸਮਾਗਮ। ਜਿਉਂ-ਜਿਉਂ ਸੰਗਤਾਂ ਨੂੰ ਪਤਾ ਲੱਗਣ ਲੱਗਾ, ਸੰਗਤਾਂ ਦੂਰ ਨੇੜੇ ਤੋਂ ਚੱਲ ਕੇ ਬਾਬਾ ਜੀ ਦੇ ਦਰਸ਼ਨਾਂ ਨੂੰ ਆਉਣ ਲੱਗ ਪਈਆਂ। ਕੁਝ ਇੱਕ ਨਜ਼ਦੀਕੀ ਪ੍ਰੇਮੀਆਂ ਦੀ ਪ੍ਰੇਰਨਾ ਸਦਕਾ ਇਸ ਅਸਥਾਨ 'ਤੇ ਸਭ ਤੋਂ ਪਹਿਲਾਂ ਅਖੰਡ ਪਾਠ ਸਾਹਿਬ ਹੋਇਆ। 22 ਸਤੰਬਰ 1951 ਮੁਤਾਬਕ 12 ਅੱਸੂ 2008 ਬਿਕਰਮੀ ਨੂੰ ਆਰੰਭ ਹੋਇਆ, ਜਿਹਦਾ ਭੋਗ 14 ਅੱਸੂ 2008 ਬਿਕਰਮੀ ਐਤਵਾਰ ਵਾਲੇ ਦਿਨ ਪਿਆ। ਭੋਗ ਤੋਂ ਉਪਰੰਤ ਗੁਰੂ ਘਰ ਦੇ ਪ੍ਰੀਤਵਾਨ ਗੁਰੂ ਕੀਰਤਨੀਏ ਅਤੇ ਕਥਾਵਾਚਕ, ਜਿਨ੍ਹਾਂ ਨੂੰ ਉਸ ਸਮੇਂ ਉਚੇਚਾ ਸੱਦਿਆ ਸੀ, ਉਹਨਾਂ ਨੇ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਾਇਆ ਅਤੇ ਗੁਰਸਿੱਖੀ ਮਾਰਗ ਤੋਂ ਜਾਣੂ ਕਰਵਾਇਆ। ਆਪ ਜੀ ਨੇ ਵੀ ਗੁਰਮਤਿ ਆਸ਼ੇ ਅਨੁਸਾਰ ਸੰਗਤਾਂ ਨੂੰ ਮਨੁੱਖਾ ਜਨਮ ਦਾ, ਇਸ ਸੰਸਾਰ 'ਚ ਆਉਣ ਦਾ ਪ੍ਰਯੋਜਨ ਦੱਸਿਆ ਕਿ ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਸ ਨਿਸ਼ਾਨੇ ਦੀ ਪ੍ਰਾਪਤੀ ਕੇਵਲ ਗੁਰੂ ਸ਼ਰਨ ਗ੍ਰਹਿਣ ਕਰਕੇ ਹੀ ਕੀਤੀ ਜਾ ਸਕਦੀ ਹੈ। ਜਿਹਨੇ ਗੁਰੂ ਦੇ ਦਰਸ਼ਨ ਨਹੀਂ ਕੀਤੇ ਅਤੇ ਸਤਿਗੁਰੂ ਜੀ ਦੀ ਸ਼ਰਨ ਨਹੀਂ ਪਿਆ, ਉਹਦਾ ਸੰਸਾਰ 'ਚ ਆਉਣਾ ਅਕਾਰਤ ਹੈ। ਜਿਨ ਗੁਰੂ ਨਾ ਦੇਖਿਓ ਨੋ ਕੀਓ ਤੇ ਅਕੈਥ ਸੰਸਾਰ ਮੈਂ। ਗੁਰਮਤਿ ਪ੍ਰਚਾਰ ਦਾ ਸਦਕਾ ਕਾਫੀ ਸੰਗਤ ਅੰਮ੍ਰਿਤਪਾਨ ਕਰਨ ਲਈ ਤਿਆਰ ਹੋ ਗਈ। ਸਮਾਗਮ ਤੋਂ ਪਹਿਲੇ ਦਿਨ ਅੰਮ੍ਰਿਤ ਛਕਣ ਲਈ ਤਿਆਰ ਹੋਏ ਪ੍ਰਾਣੀਆਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰਾਇਆ ਗਿਆ ਅਤੇ ਗੁਰਸਿੱਖ ਮੀਤ ਚਲੋ ਗੁਰਚਾਲੀ ਦੀ ਪ੍ਰੇਰਨਾ ਦਿੱਤੀ ਗਈ। ਅੱਸੂ ਦਾ ਮਹੀਨਾ ਇਸ ਕਰਕੇ ਚੁਣਿਆ ਸੀ ਕਿਉਂਕਿ ਜ਼ਿਮੀਂਦਾਰਾਂ ਨੂੰ ਇਸ ਮਹੀਨੇ ਕੁਝ ਵੇਲ ਹੁੰਦਾ ਹੈ, ਨਾ ਬਹੁਤੀ ਗਰਮੀ ਹੁੰਦੀ ਹੈ ਨਾ ਸਰਦੀ। ਐਤਵਾਰ ਦਾ ਦਿਨ ਮੁਲਾਜ਼ਮਾਂ ਦੀ ਸਹੂਲਤ ਲਈ ਨਿਯਤ ਕੀਤਾ ਸੀ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇਹ ਸਮਾਗਮ ਅੱਸੂ ਦੇ ਪਹਿਲੇ ਐਤਵਾਰ ਨੂੰ ਕੀਤਾ ਜਾਂਦਾ ਹੈ। ਇਸ ਸਮਾਗਮ ਨੂੰ ਅੱਸੂ ਦਾ ਸਮਾਗਮ ਵੀ ਕਿਹਾ ਜਾਂਦਾ ਹੈ। ਇਸ ਤਰ੍ਹਾਂ ਇਸ ਅਸਥਾਨ 'ਤੇ ਸਮਾਗਮ ਹੋਣ ਕਾਰਨ ਜੋ ਡਰ ਭੈ ਅਜੇ ਲੋਕਾਂ ਦੇ ਮਨਾਂ 'ਚ ਬਣਿਆ ਹੋਇਆ ਸੀ, ਉਹ ਵੀ ਦੂਰ ਹੋ ਗਿਆ ਅਤੇ ਸੰਗਤਾਂ ਦੀ ਆਵਾਜਾਈ 'ਚ ਵਾਧਾ ਹੋ ਗਿਆ। ਅਗਲਾ ਭਾਗ ਹੈ ਦੁਲਬ ਦੇ ਸਵਾਰ ਜਾਹੇ ਨ ਦਰਗਹਿ ਹਾਰ। ਇਸ ਸਮਾਗਮ 'ਤੇ ਬਾਬਾ ਜੀ ਨੇ ਸੰਗਤਾਂ ਨੂੰ ਬੇਨਤੀ ਕੀਤੀ ਅਤੇ ਗੁਰਬਾਣੀ ਅਨੁਸਾਰ ਪ੍ਰੇਰਨਾ ਦਿੱਤੀ ਕਿ ਸਾਡੇ ਇਹ ਸਮਾਗਮ ਕਰਨ ਦਾ ਤਦ ਹੀ ਲਾਭ ਹੈ ਜੇ ਆਪਾਂ ਇਹਨਾਂ ਸਮਿਆਂ ਤੋਂ
ਪੂਰਨ ਲਾਭ ਪ੍ਰਾਪਤ ਕਰੀਏ। ਜੇ ਅਸੀਂ ਗੁਰੂ ਦੇ ਹਜ਼ੂਰ ਸਮਾਗਮ ਦੇ ਤੇ ਇਕੱਤਰ ਵੀ ਹੋ ਗਏ, ਭੇਟਾ ਰੱਖ ਕੇ ਮੱਥਾ ਟੇਕਿਆ, ਪ੍ਰਸ਼ਾਦ ਲੈ ਕੇ ਲੰਗਰ ਛਕਿਆ, ਘਰਾਂ ਨੂੰ ਚਲੇ ਗਏ, ਤਾਂ ਇਸ ਤਰ੍ਹਾਂ ਬਹੁਤਾ ਲਾਭ ਨਹੀਂ ਹੁੰਦਾ। ਆਪਾਂ ਸਤਿਗੁਰੂ ਜੀ ਦੇ ਹਜ਼ੂਰ ਘਰਾਂ ਦੇ ਕੰਮਕਾਰ ਛੱਡ ਕੇ ਆਏ ਹਾਂ, ਕੋਈ ਆਪਣੇ ਭਲੇ ਦੀ ਗੱਲ ਪੱਲੇ ਬੰਨ੍ਹ ਕੇ ਲੈ ਜਾਈਏ, ਫਿਰ ਉਹ 'ਤੇ ਅਮਲ ਕਰੀਏ, ਤਦ ਹੀ ਪੂਰਨ ਲਾਹਾ ਮਿਲਦਾ। ਸਮਾਗਮ ਕਰਨੇ ਵੀ ਤਦ ਹੀ ਸਫਲ ਹੈ। ਪਰਮੇਸ਼ਰ ਜੀ ਨੇ ਬਖਸ਼ਿਸ਼ ਕਰਕੇ ਸਭ ਜੂਨਾਂ ਦੀ ਸਿਰਮੌਰ ਜੂਨੀ ਮਨੁੱਖਾ ਜੂਨ ਬਖਸ਼ਿਸ਼ ਕੀਤੀ ਹੈ। 184 ਜੋਨ ਸਬਾਈ, ਮਾਨਸ ਕੋ ਪ੍ਰਭ ਦੀ ਵਡਿਆਈ, ਤੇ ਅਵਰ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ। ਤੇ ਭਾਈ ਗੁਰਦਾਸ ਜੀ ਦਾ ਫੁਰਮਾਨ ਹੈ, 184 ਜੋਨ ਵਿੱਚ ਮਾਨਸ ਜਨਮ ਦੁਲੰਭ ਪਾਇਆ, ਤੇ 184 ਜੋਨ ਵਿੱਚ ਉੱਤਮ ਜੋਨ ਸੋ ਮਾਨਸ ਦੇਹੀ। ਗੁਰੂ ਦੀ ਸੇਵਾ ਤੇ ਪਰਮੇਸ਼ਰ ਜੀ ਦੀ ਭਗਤੀ ਕਰਨ ਵਾਸਤੇ ਹੀ ਇਹ ਮਨੁੱਖਾ ਜੂਨ ਸਾਨੂੰ ਪ੍ਰਦਾਨ ਕੀਤੀ ਗਈ ਹੈ। ਜਿਸ ਨੇ ਇਸ ਦੇਹੀ ਨਾਲ ਭਗਤੀ ਰੂਪੀ ਕਰਮ ਕਰਨਾ ਕੀਤਾ, ਇਸ ਨੂੰ ਮਨੁੱਖਾ ਦੇਹੀ ਮਿਲੀ, ਸਫਲ ਸਮਝੋ। ਇਸ ਮਨੁੱਖ ਦੇਹ ਨੂੰ ਤਾਂ ਦੇਵਤੇ ਵੀ ਪ੍ਰਾਪਤ ਕਰਨਾ ਚਾਹੁੰਦੇ ਆ, ਇਸ ਲਈ ਇਸ ਦੇਹੀ ਨਾਲ ਹਰੀ ਦੀ ਸੇਵਾ ਕਰਨੀ ਕਰੋ, ਤਾਂ ਤੇ ਇਸ ਉਦੇਸ਼ ਨੂੰ ਭੁੱਲੋ ਨਾ, ਕਿਉਂਕਿ ਮਨੁੱਖਾ ਜਨਮ ਦਾ ਇਹੀ ਅਸਲੀ ਲਾਹਾ ਹੈ। ਗੁਰ ਸੇਵਾ ਤੇ ਭਗਤ ਕਮਾਈ, ਤਬੇ ਮਾਨਸ ਦੇਹੀ ਪਾਈ। ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਤੇ ਪੰਜਵੇਂ ਗੁਰਦੇਵ ਜੀ ਸ਼ਾਮ ਦੇ ਨਿਤਨੇਮ 'ਚ ਸਾਨੂੰ ਯਾਦ ਕਰਵਾਉਂਦੇ ਹੈ ਕਿ ਸਾਨੂੰ ਜੋ ਮਨੁੱਖਾ ਜੂਨ ਮਿਲੀ ਹੈ, ਕਿਸ ਵਾਸਤੇ ਮਿਲੀ ਹੈ, ਇਹਨੂੰ ਸਫਲ ਕਰਨ ਲਈ ਕੀ ਸਾਧਨ ਅਪਣਾਉਣਾ ਹੈ। ਭਈ ਪ੍ਰਾਪਤ ਮਾਨੁਖ ਦੇ ਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਤੇ ਪੰਜਵੇਂ ਗੁਰਦੇਵ ਜੀ ਇਸ ਜੀਵ ਨੂੰ ਸਾਵਧਾਨ ਕਰਦੇ ਹੈ ਕਿ ਹੇ ਜੀਵ, ਇਹ ਮਨੁੱਖਾ ਜਨਮ ਬਹੁਤ ਸਾਰੀਆਂ ਜੂਨਾਂ 'ਚ ਭ੍ਰਮਣ ਤੋਂ ਬਾਅਦ ਸਤਿਗੁਰੂ ਜੀ ਨੇ ਤੈਨੂੰ ਦੇਣਾ ਕੀਤਾ ਹੈ, ਤਾਂ ਜੋ ਤੂੰ ਇਸ ਸਰੀਰ ਨਾਲ ਨਾਮ ਸਿਮਰਨ ਸਤਸੰਗ ਕਰਕੇ ਆਪਣੇ ਅਸਲੇ ਭਾਵ ਮੂਲ ਨਾਲ ਜੁੜ ਜਾਵੇਂ। ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲੇ ਦੇ ਸੰਜਰੀਆ। ਜੇ ਇਸ ਮਿਲੇ ਅਵਸਰ ਨੂੰ ਸਫਲ ਨਾ ਕੀਤਾ ਤਾਂ ਮੁੜ ਮੁੜ ਕੇ ਮਨੁੱਖਾ ਜਨਮ ਦਾ ਸਮਾਂ ਹੱਥ ਨਹੀਂ ਆਉਣਾ। ਬਾਬਾ ਕਬੀਰ ਜੀ ਚੇਤਾਵਨੀ ਦਿੰਦੇ ਆ ਕਿ ਹੇ ਮਨੁੱਖ, ਇਹ ਮਾਨਸ ਜਨਮ ਬੜਾ ਹੀ ਦੁਰਲੱਭ ਹੈ, ਬਾਰ-ਬਾਰ ਨਹੀਂ ਮਿਲਣਾ। ਜਿਸ ਤਰ੍ਹਾਂ ਡਾਲੀ ਨਾਲੋਂ ਇੱਕ ਵਾਰੀ ਫਲ ਪੱਕ ਕੇ ਜ਼ਮੀਨ 'ਤੇ ਡਿੱਗ ਪਏ, ਜਿੰਨਾ ਮਰਜ਼ੀ ਯਤਨ ਕਰੋ ਦੁਬਾਰਾ ਉਸ ਡਾਲੀ ਨਾਲ ਨਹੀਂ ਲੱਗਦਾ। ਕਬੀਰ ਮਾਨਸ ਜਨਮ ਦੁਰਲੱਭ ਹੈ, ਹੋਏ ਨਾ ਬਾਰੈ ਬਾਰ। ਜਿਉਂ ਬਨ ਫਲ ਪਾਕੇ ਭੋਏ ਗਿਰੇ, ਬਹੁਰ ਨਾ ਲਾਗੈ ਡਾਰ। ਤੇ ਪੰਜਵੇਂ ਸਤਿਗੁਰੂ ਜੀ ਸੁਚੇਤ ਕਰਦੇ ਆ ਕਿ ਤਰਵਰ ਮਤਲਬ ਬਿਰਖ ਨਾਲੋਂ ਵਿਛੁੰਨੇ ਨੇ ਪਾਤ ਜੁੜਤੇ ਜਮਗ ਗੌਨ ਅਕੇਲੀ। ਬਿਨਵੰਤ ਨਾਨਕ ਬਿਨ ਨਾਮ ਹਰ ਕੇ ਸਦਾ ਫਿਰਤ ਦੁਹੇਲੀ। ਬਿਰਖ ਨਾਲੋਂ ਜੇ ਇੱਕ ਵਾਰ ਪੱਤੇ ਡਿੱਗ ਪੈਣ ਤਾਂ ਮੁੜ ਨਾਲ ਨਹੀਂ ਜੁੜਦੇ। ਦੁਹੇਲੀ ਦਾ ਮਤਲਬ ਹੁੰਦਾ ਔਖੀ, ਦੁਖੀ। ਇਸ ਦੁਰਲੱਭ ਮਨੁੱਖਾ ਜਨਮ ਨੂੰ ਆਪਾਂ ਕਿਵੇਂ ਸਫਲਾ ਕਰਨਾ ਹੈ? ਗੁਰਦੇਵ ਪੰਜਵੇਂ ਸਤਿਗੁਰੂ ਜੀ ਨੇ ਹੁਕਮ ਕੀਤਾ ਹੈ, ਨਿਤ ਨਿਤ ਦਇਆ ਸੰਭਾਲੀਐ, ਮੂਲ ਨਾ ਮਨੋ ਵਿਸਾਰੀਐ ਰਹਾਓ। ਸੰਤਾ ਸੰਗਤ ਪਾਈਐ, ਜਿਤ ਜਮ ਕੇ ਪੰਥ ਨਾ ਜਾਈਐ। ਤੋਸਾ ਹਰ ਕਾ ਨਾਮ ਲੈ ਤੇਰੇ, ਕੁਲੇ ਨਾ ਭਾਗੈ ਗਾਲ ਜੀਓ। ਉਂਝ ਤਾਂ ਸਰੀਰ ਦੇ ਸਾਰੇ ਅੰਗਾਂ ਨੂੰ ਸਫਲ ਕਰਨ ਵਾਸਤੇ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਹੈ। ਨਿਰਾ ਉਪਦੇਸ਼ ਹੀ ਨਹੀਂ, ਬਲਕਿ ਸਫਲ ਕਰਨ ਦਾ ਢੰਗ ਵੀ ਦੱਸਿਆ। ਚਰਨ ਤਾਂ ਪਰ ਮਤਲਬ ਚੰਗੀ ਤਰ੍ਹਾਂ ਸਕਾਰਥੇ। ਸਕਿਅਤ ਚਰਨ ਗੁਰ ਅਮਰ ਪਵਲ ਰਹੇ, ਹੱਥ ਤਾਂ ਪਰ ਸਕਿਅਤ ਹੱਥ ਲਗੇ ਗੁਰ ਅਮਰ ਪਏ। ਤਥਾ ਸਾ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ, ਗੁਣ ਗਾਵੇ ਹਰ ਪ੍ਰਭ ਕੇਰੇ ਰਾਮ। ਤੇ ਸਰਵਣ ਭਲੇ ਸੋਭਨੀਕ ਹੈ ਮੇਰੀ ਜਿੰਦੜੀਏ, ਹਰ ਕੀਰਤਨ ਸੁਣੈ ਹਰ ਤੇਰੇ ਰਾਮ। ਤੇ ਆਨੰਦ ਸਾਹਿਬ 'ਚ ਤੀਸਰੇ ਗੁਰਦੇਵ ਜੀ ਸਾਨੂੰ ਆਪਣੇ ਸਰੀਰ ਦੇ ਇਕੱਲੇ ਇਕੱਲੇ ਕਰਮ ਇੰਦਰੀ ਨੂੰ ਸਫਲ ਕਰਨ ਲਈ ਹੁਕਮ ਦਿੰਦੇ ਆ ਕਿ ਰਸਨਾ ਨੂੰ ਗੁਰੂ ਉਪਦੇਸ਼ ਸਰਵਣ ਕਰਾਉਣਾ ਹੈ ਕਿ ਹੇ ਰਸਨਾ, ਤੇਰੀ ਹੋਰ ਰਸਾਂ ਨੂੰ ਪੁੰਚਣ ਵਾਸਤੇ ਜੋ ਪਿਆਸ ਹੈ ਉਹਨਾਂ ਚਿਰ ਦੂਰ ਨਹੀਂ ਹੋਣੀ ਜਿੰਨਾ ਚਿਰ ਤੇਰੇ 'ਚ ਪਰਮੇਸ਼ਰ ਜੀ ਦਾ ਨਾਮ ਨਹੀਂ ਵਸਦਾ। ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ ਹੋਰਤ ਕਿਤੇ। ਜਿਚਰ ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਈ ਪੱਲੇ ਪੀਏ ਹਰ ਰਸ, ਬਹੁੜ ਨਾ ਤ੍ਰਿਸ਼ਨਾ ਲਾਗੇ ਆਏ। ਅੱਖਾਂ ਨੂੰ ਹਦਾਇਤ ਕਰਨੀ ਹੈ ਕਿ ਸਾਰਿਆਂ 'ਚ ਉਸ ਪਰਮੇਸ਼ਰ ਦੀ ਜੋਤ ਨੂੰ ਹੀ ਵੇਖਣਾ ਕਰੋ, ਕਿਉਂਕਿ ਇਹ ਜੋ ਸ੍ਰਿਸ਼ਟੀ ਹੈ ਸਭ ਹਰੀ ਪਰਮੇਸ਼ਰ ਜੀ ਦਾ ਹੀ ਰੂਪ ਹੈ। ਇਸ ਰਚਨਾ ਵਿੱਚੋਂ ਹਰੀ ਨੂੰ ਵੇਖਣ ਦਾ ਯਤਨ ਕਰੋ।
ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਕੰਨਾਂ ਨੂੰ ਸਾਵਧਾਨ ਕਰਨਾ ਕਿ ਹੇ ਸਰਵਣੋ, ਪਰਮੇਸ਼ਰ ਜੀ ਨੇ ਤੁਹਾਨੂੰ ਇਸ ਸਰੀਰ ਨਾਲ ਇਸ ਵਾਸਤੇ ਲਾਉਣਾ ਕੀਤਾ ਕਿ ਤੁਸੀਂ ਆਪਣੇ ਨਾਲ ਸੱਚੇ ਪਰਮੇਸ਼ਰ ਦੀ ਸਿਫਤੋ ਸਲਾਹ ਰੂਪੀ ਬਾਣੀ ਨੂੰ ਸੁਣ ਕੇ ਅੰਤਸ਼ਕਰਨ ਵਿੱਚ ਬਾਣੀ ਨੂੰ ਤੇ ਹਰੀ ਨਾਮ ਨੂੰ ਸਿੰਚਣਾ ਕਰੋ। ਇਹ ਸਰਵਣੋ ਮੇਰਿਓ ਸੱਚੇ ਸੁਣਨੇ ਨੂੰ ਪਠਾਏ ਮਤਲਬ ਭੇਜਣਾ ਕੀਤਾ। ਸਾਚੇ ਸੁਣਨੇ ਨੂੰ ਪਠਾਏ ਸਰੀਰ ਲਾਏ, ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ। ਸਾਰੀ ਸਰੀਰ ਤੋਂ ਹਿਸਾਬ ਲੈਣਾ ਕਿ ਪਰਮੇਸ਼ਰ ਜੀ ਨੇ ਤੇਰੇ 'ਚ ਆਪਣੇ ਪਵਿੱਤਰ ਜੋਤ ਰੱਖੀ ਹੈ, ਜਿਹਦੀ ਸੱਤਿਆ ਦੁਆਰਾ ਤੂੰ ਕਿਰਿਆ ਕਰ ਰਿਹਾ। ਪ੍ਰਭੂ ਜੀ ਨੇ ਤੈਨੂੰ ਸੰਸਾਰ 'ਚ ਸਾਰੇ ਲੋੜੀਂਦੇ ਅੰਗ ਪ੍ਰਤੀ ਅੰਗ ਲਗਾ ਕੇ ਸ਼ਿੰਗਾਰ ਕੇ ਸਾਰੀਆਂ ਜੂਨਾਂ ਦਾ ਸਰਦਾਰ ਬਣਾ ਕੇ ਭੇਜਿਆ। ਪਰ ਜਿਹਨੇ ਤੈਨੂੰ ਸਿਰਜਿਆ ਤੂੰ ਉਹਨੂੰ ਕਦੇ ਚੇਤੇ ਹੀ ਨਹੀਂ ਕੀਤਾ। ਜੇ ਸਤਿਗੁਰੂ ਜੀ ਨਾਲ ਪ੍ਰੀਤੀ ਲਾਏਂਗਾ ਤਾਂ ਤੂੰ ਪ੍ਰਵਾਨ ਹੋ ਜਾਏਂਗਾ। ਇਹ ਸਰੀਰਾ ਮੇਰੇ ਇਸ ਜਗ ਮੈਂ ਆਏ ਕਹਿ, ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮੈਂ ਆਇਆ। ਸਰੀਰ ਦੇ ਅੰਦਰ ਜੋ ਮਨ ਹੈ ਉਹਨੂੰ ਵੀ ਪ੍ਰੇਰਨਾ ਦੇਣੀ ਹੈ ਕਿ ਹੇ ਮੇਰੇ ਮਨ, ਚਤੁਰਾਈਆਂ ਨੂੰ ਛੱਡ ਦੇ। ਚਤੁਰਾਈ ਨੇ ਚਤੁਰਭੁਜ ਪਾਈ ਹੈ। ਚਤੁਰਾਈਆਂ ਨਾਲ ਉਸ ਪ੍ਰਭੂ ਦੀ ਪ੍ਰਾਪਤੀ ਨਹੀਂ ਹੋਣੀ। ਤਾਂ ਤੇ ਹੇ ਮੇਰੇ ਮਨ, ਚਤੁਰਾਈ ਦਾ ਤਿਆਗ ਕਰਕੇ ਉਸ ਸੱਚੇ ਸਤਿਗੁਰੂ ਜੀ ਦੇ ਉਪਦੇਸ਼ ਨੂੰ ਗ੍ਰਹਿਣ ਕਰਕੇ ਉਹਦੀ ਕਮਾਈ ਕਰ। ਇਹੋ ਜਿਹੇ ਕੰਮਾਂ ਵੱਲ ਸਰੀਰ ਨੂੰ ਨਾ ਪ੍ਰੇਰਿਆ ਕਰ ਜਿਨ੍ਹਾਂ ਦੇ ਕਰਨ ਨਾਲ ਅੰਤ ਨੂੰ ਪਛਤਾਉਣਾ ਵੀ ਪੱਲੇ ਪਵੇ। ਭਾਈ ਗੁਰਦਾਸ ਜੀ 27ਵੀਂ ਵਾਰ ਦੀ 10ਵੀਂ ਪੌੜੀ 'ਚ ਸਰੀਰ ਦੇ ਸਾਰੇ ਅੰਗਾਂ ਨੂੰ ਤਾੜਨਾ ਭਰੀ ਲਾਹਨਤ ਪਾਉਂਦੇ ਹੈ ਕਿ ਜੋ ਅੰਗ ਸ੍ਰੇਸ਼ਟ ਕਰਮਾਂ ਦਾ ਤਿਆਗ ਕਰਕੇ ਭੈੜੇ ਪੈਸੇ ਲਿਜਾਂਦੇ ਹੈ, ਐਸੇ ਸਰੀਰਕ ਅੰਗਾਂ ਨੂੰ ਤਿਰਕਾਰ ਹੈ। ਤ੍ਰਿਗ ਸਿਰ ਜੋ ਗੁਰ ਨਾ ਨਿਵੈ, ਗੁਰ ਲੱਗੇ ਨਾ ਚਰਨੀ। ਤ੍ਰਿਗ ਲੋਇਣ ਮਤਲਬ ਅੱਖਾਂ। ਗੁਰ ਦਰਸ ਵਿਣ ਵੇਖੇ ਪਰ ਤਰਨੀ ਪਰਾਈਆਂ ਇਸਤਰੀਆਂ। ਉਂਝ ਤਾਂ ਆਪਾਂ ਸਰੀਰ ਦੇ ਸਾਰੇ ਇੰਦਰੀਆਂ ਨਾਲ ਸ਼ੁਭ ਕਰਮ ਕਰਕੇ ਇਹਨਾਂ ਨੂੰ ਸਫਲ ਕਰਨਾ ਹੈ, ਪਰ ਇਸ ਸੰਸਾਰ 'ਚ ਸਤਿਗੁਰੂ ਜੀ ਨੇ ਸਾਰੇ ਸ੍ਰੇਸ਼ਟ ਕਰਮਾਂ 'ਚੋਂ ਸ਼੍ਰੋਮਣੀ ਨਿਰਮਲ ਕਰਮ ਕਰਨ ਵਾਸਤੇ ਸਾਨੂੰ ਵਿਸ਼ੇਸ਼ ਹੁਕਮ ਕੀਤਾ ਹੈ, ਜਿਸ ਕਰਮ ਨੂੰ ਕਰਨ ਨਾਲ ਇਸ ਸੰਸਾਰ 'ਚ ਵੀ ਸ਼ੋਭਾ ਵਡਿਆਈ ਮਿਲਦੀ ਹੈ ਅਤੇ ਮਨੁੱਖੀ ਜਨਮ ਦਾ ਪ੍ਰਯੋਜਨ ਵੀ ਸਿੱਧ ਹੋ ਜਾਂਦਾ ਹੈ ਅਤੇ ਪਰਮੇਸ਼ਰ ਦੀ ਦਰਗਾਹ ਵਿੱਚ ਵੀ ਮਾਣ ਸਤਿਕਾਰ ਮਿਲਦਾ ਹੈ। ਜਮਾਂ ਦੀ ਫਾਹੀ ਕੱਟੀ ਜਾਂਦੀ ਹੈ, ਦੁਸ਼ਮਣ ਵੀ ਮਿੱਤਰ ਬਣ ਜਾਂਦੇ ਹੈ। ਪੰਜਵੇਂ ਗੁਰੂਦੇਵ ਜੀ ਹੁਕਮ ਕਰਦੇ ਹਨ, ਦੁਲਭ ਦੇ ਸਵਾਰ। ਦੁਲਭ ਮਤਲਬ ਅਤ ਕੀਮਤੀ, ਸਹਿਜੇ ਨਾ ਮਿਲਣ ਵਾਲੀ। ਦੁਲਭ ਦੇ ਸਵਾਰ ਜਾਹੇ ਨਾ ਦਰਗਹਿ ਹਾਰ, ਹਲਤ ਪਲਤ ਤੁਧ ਹੋਏ ਵਡਿਆਈ। ਹਲਤ ਲੋਕ ਤੇ ਪਰਲੋਕ। ਅੰਤ ਕੀ ਬੇਲਾ ਲਏ ਛਡਾਈ। ਅੰਤ ਕੀ ਬੇਲਾ ਮਤਲਬ ਸਮੇਂ। ਰਾਮ ਕੇ ਗੁਣ ਗਾਓ। ਹਲਤ ਪਲਤ ਹੋਏ ਦੋਵੇਂ ਸੁਹੇਲੇ। ਸੁਹੇਲੇ ਮਤਲਬ ਸੁਖੀ। ਅਚਰਜ ਪੁਰਖ ਧਿਆਓ। ਅਤੇ ਗੁਰਦੇਵ ਪੰਜਵੇਂ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਮਨੁੱਖ ਸਵੇਰ ਤੋਂ ਸ਼ਾਮ ਅਤੇ ਸ਼ਾਮ ਤੋਂ ਅਗਲੀ ਸਵੇਰ ਤੱਕ ਅਨੇਕ ਤਰ੍ਹਾਂ ਦੇ ਔਖੇ ਕੰਮ ਕਰੀ ਜਾਂਦਾ ਹੈ, ਪਰ ਇਸ ਪਾਸੋਂ ਪਰਮੇਸ਼ਰ ਦਾ ਨਾਮ ਜਪਣ ਰੂਪੀ ਇੱਕ ਕਾਰਜ ਨਹੀਂ ਹੁੰਦਾ। ਕੋਈ ਵਿਰਲਾ ਮਨੁੱਖੀ ਕਲਿਆਣ ਕਰਨ ਨੂੰ ਸਮਰੱਥ ਇਹ ਸ੍ਰੇਸ਼ਟ ਕਾਰਜ ਕਰਦਾ ਹੈ। ਆਹਰ ਸਭ ਕਰਦਾ ਫਿਰੇ, ਆਹਰ ਇੱਕ ਨਾ ਹੋਏ। ਨਾਨਕ ਜਿਤ ਆਹਰ ਜਗ ਉਧਰੈ, ਵਿਰਲਾ ਬੁਝੈ ਕੋਈ। ਸੰਸਾਰ 'ਚ ਜਿੰਨੇ ਵੀ ਪੁੰਨ ਦਾਨ ਜਪ ਤਪ ਸੰਜਮ ਤਥਾ ਸ੍ਰੇਸ਼ਟ ਕਰਮ ਕਰਦੇ ਹਨ, ਸਭ ਤੋਂ ਸ਼੍ਰੋਮਣੀ ਅਤੇ ਸ੍ਰੇਸ਼ਟ ਅਤੇ ਕਲਯੁਗ 'ਚ ਫਲਦਾਇਕ ਪ੍ਰਭੂ ਜੀ ਦਾ ਪਿਆਰਾ ਨਾਮ ਹੀ ਹੈ। ਪੁੰਨ ਦਾਨ ਜਪ ਤਪ ਜੇਤੇ ਸਭ ਉਪਰ ਨਾਮ, ਹਰ ਰਸਨਾ ਜੋ ਜਪੈ ਤਿਸ ਪੂਰਨ ਕਾਮ। ਤੇ ਕਰਮ ਧਰਮ ਅਨੇਕ ਕਿਰਿਆ ਸਭ ਉੱਪਰ ਨਾਮ ਆਚਾਰ। ਆਚਾਰ ਮਤਲਬ ਸ੍ਰੇਸ਼ਟ। ਖਾਸ ਕਰਕੇ ਹੁਣ ਜੋ ਕਲਯੁਗ ਦਾ ਸਮਾਂ ਚੱਲ ਰਿਹਾ ਹੈ, ਇਸ ਵਿੱਚ ਤਾਂ ਸਤਿਗੁਰੂ ਜੀ ਨੇ ਕੇਵਲ ਤੇ ਕੇਵਲ ਨਾਮ ਦਾ ਬੀਜ ਬੀਜਣ ਵਾਸਤੇ ਹੀ ਹੁਕਮ ਕੀਤਾ ਹੈ। ਲੋਕਾਈ ਨੂੰ ਸੁਚੇਤ ਕੀਤਾ ਕਿ ਮਤਾ ਹੋਰਨਾਂ ਕਰਮਾਂ ਧਰਮਾਂ 'ਚ ਪੈ ਜਾਓ, ਕਿਉਂਕਿ ਇਹਨਾਂ ਦੇ ਕਰਨ ਦਾ ਹੁਣ ਸਮਾਂ ਨਹੀਂ ਹੈ, ਸੋ ਭਰਮ ਭੁਲੇਖੇ 'ਚ ਨਹੀਂ ਪੈਣਾ। ਅਬ ਕਲੂ ਆਇਓ ਰੇ। ਕਲੂ ਮਤਲਬ ਕਲਯੁਗ। ਇੱਕ ਨਾਮ ਬੋਵੋ। ਅੰਨ ਰੁੱਤ ਹੋਰ ਕਰਮਾਂ ਦੇ ਕਰਨ ਦਾ ਸਮਾਂ ਨਹੀਂ। ਅੰਨ ਰੂਤ ਨਾਹੀ ਮਤ ਭਰਮ ਭੁੱਲੋ। ਭਗਤ ਰਵਿਦਾਸ ਜੀ ਤਿੰਨਾਂ ਯੁੱਗਾਂ ਦੇ ਕਰਮਾਂ ਦਾ ਹਵਾਲਾ ਦੇ ਕੇ ਕਲਯੁਗੀ ਜੀਵਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਦਾ ਮਾਰਗ ਦਰਸਾਉਂਦੇ ਹੈ। ਹੇ ਜੀਵ, ਸਤਯੁਗ ਵਿੱਚ ਸੱਚ ਪ੍ਰਧਾਨ ਸੀ। ਤ੍ਰੇਤੇ 'ਚ ਯੱਗ ਕਰਨੇ ਅਤੇ ਦੁਆਪਰ 'ਚ ਪੂਜਾ ਆਦਿ ਕਰਮਾਂ ਨਾਲ ਖਲਾਸੀ ਹੋ ਜਾਂਦੀ ਸੀ।
ਇਹ ਤਿੰਨਾਂ ਯੁੱਗਾਂ ਦੇ ਤਿੰਨ ਪ੍ਰਧਾਨ ਕਰਮ ਸਨ, ਪਰ ਹੁਣ ਕਲਯੁਗ ਦਾ ਸਮਾਂ ਹੈ। ਇਸ 'ਚ ਕੇਵਲ ਪਰਮੇਸ਼ਰ ਜੀ ਦੇ ਨਾਮ ਜਪਣ ਨਾਲ ਹੀ ਜੀਵ ਦਾ ਉਧਾਰ ਹੋਣਾ ਹੈ। ਸਤਯੁਗ ਸਭ ਤੇਤਾ ਜਗੀ ਦੁਆਪਰ ਪੂਜਾ ਚਾਰ, ਤਿੰਨੋਂ ਯੁਗ ਤਿੰਨੋਂ ਦਿੜੇ ਕਲ ਕੇਵਲ ਨਾਮ ਆਧਾਰ। ਅਤੇ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵੀ ਇਹੀ ਹੁਕਮ ਹੈ ਕਿ ਹੇ ਭਾਈ, ਹੁਣ ਕਲਯੁਗ ਦੇ ਸਮੇਂ 'ਚ ਕਿਰਪਾ ਦੇ ਭੰਡਾਰ ਦੇ ਨਾਮ ਜਪਣ ਦਾ ਸਦਕਾ ਹੀ ਜੀਵ ਆਤਮਾ ਦੀ ਕਲਿਆਣ ਹੋਣੀ ਹੈ। ਇਹ ਗੱਲ ਤਾਂ ਵੇਦ ਵੀ ਕਹਿੰਦਾ ਹੈ ਕਿ ਹੋਰ ਕਰਮ ਧਰਮ ਨਾਮ ਦੀ ਬਰਾਬਰਤਾ ਨਹੀਂ ਕਰ ਸਕਦੇ। ਕਲ ਮੈਂ ਇੱਕ ਨਾਮ ਕਿਰਪਾ ਨਿਧ ਜਾਹੇ, ਜਪੈ ਗਤ ਪਾਵੈ ਔਰ ਧਰਮ ਤਾਕੈ ਸਮ ਨਾਹਿ, ਇਹ ਭੇਦ ਬਤਾਵੈ। ਤੀਸਰੇ ਗੁਰਦੇਵ ਜੀ ਇਸ ਕਲਯੁਗ ਦੇ ਸਮੇਂ 'ਚ ਨਾਮ ਜਪਣ ਨੂੰ ਹੀ ਪ੍ਰਧਾਨਤਾ ਦਿੰਦੇ ਹੋਏ ਹੁਕਮ ਕਰਦੇ ਹੈ ਕਿ ਜਤ ਰੱਖਣਾ, ਇੰਦਰੀਆਂ ਨੂੰ ਰੋਕ ਕੇ ਤੀਰਥ ਕਰਨੇ ਆਦਿ ਇਹ ਧਰਮ ਦੀ ਮਰਿਆਦਾ ਚਲੀ ਆਉਂਦੀ ਸੀ। ਪਰ ਹੁਣ ਕਲਯੁਗ 'ਚ ਕੇਵਲ ਇੱਕੋ ਹਰੀ ਦੇ ਗੁਣ ਗਾਉਣੇ ਹੀ ਆਤਮਾ ਦੇ ਉਧਾਰ ਦਾ ਇੱਕੋ ਇੱਕ ਸਾਧਨ ਹੈ। ਜਤ ਸੰਜਮ ਤੀਰਥ ਉਹਨਾਂ ਯੁਗਾਂ ਕਾ ਧਰਮ ਹੈ, ਕਲ ਮੈਂ ਕੀਰਤ ਹਰ ਨਾਮਾ। ਪੰਜਵੇਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਲਈ ਉਪਦੇਸ਼ ਦਿੰਦੇ ਹੈ। ਕਲਯੁਗ ਦੇ ਇਸ ਸਮੇਂ 'ਚ ਕੇਵਲ ਨਾਮ ਜਪਣ ਨਾਲ ਹੀ ਉਧਾਰ ਹੋ ਸਕਣਾ ਸੰਭਵ ਹੈ। ਅਸੀਂ ਇਹ ਬ੍ਰਹਮ ਦੀ ਪ੍ਰਾਪਤੀ ਕਰਨ ਵਾਲੇ ਬਚਨ ਉਚਾਰਨ ਕੀਤੇ। ਕਲਯੁਗ ਮੈਂ ਇੱਕ ਨਾਮ ਆਧਾਰ, ਨਾਨਕ ਬੋਲੇ ਬ੍ਰਹਮ ਵਿਚਾਰ। ਚੌਥੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕਲਯੁਗ 'ਚ ਨਾਮ ਦੀ ਸ੍ਰੇਸ਼ਟਤਾ ਪ੍ਰਤੀ ਹੁਕਮ ਕਰਦੇ ਹੈ ਕਿ ਨਾਮ ਪਦਾਰਥ ਹੀ ਸ੍ਰੇਸ਼ਟ ਹੈ। ਜਿਨ੍ਹਾਂ ਨੇ ਵੀ ਭਗਤ ਜਨ ਬਣ ਕੇ ਨਾਮ ਦੀ ਕਮਾਈ ਕੀਤੀ ਹੈ ਉਹ ਸਾਰੇ ਤਰ ਗਏ, ਭਾਵੇਂ ਕੋਈ ਨੀਵੀਂ ਜਾਤ ਵਾਲਾ ਸੀ, ਭਾਵੇਂ ਉੱਚੀ ਜਾਤ ਵਾਲਾ। ਕਲਯੁਗ ਨਾਮ ਪ੍ਰਧਾਨ ਪਦਾਰਥ, ਭਗਤ ਜਨਾ ਉਧਰੇ, ਨਾਮਾ ਜੈ ਦਿਓ ਕਬੀਰ ਤਲੋਚਨ, ਸਭ ਦੋਖ ਗਏ ਚਮਰੇ। ਭਗਤ ਰਵਿਦਾਸ ਵੱਲ ਇਸ਼ਾਰਾ ਹੈ। ਰੋਜ਼ਾਨਾ ਰਹਿਰਾਸ ਸਾਹਿਬ ਦੇ ਪਾਠ ਸਮੇਂ ਗੁਰਦੇਵ ਸਤਿਗੁਰੂ ਜੀ ਦਾ ਫੁਰਮਾਨ ਕਰਦੇ ਆ ਕਿ ਕਲਯੁਗ ਵਿੱਚ ਸਭ ਤੋਂ ਵੱਡਾ ਪੁੰਨ ਕੇਵਲ ਉਸ ਪ੍ਰਕਾਸ਼ ਸਰੂਪ ਵਾਹਿਗੁਰੂ ਦੇ ਗੁਣ ਗਾਉਣੇ ਹੀ ਹੈ। ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ। ਚੌਥੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਤਾਂ ਆਪਣਾ ਅਟਲ ਫੈਸਲਾ ਸੁਣਾਉਂਦੇ ਚੇਤਾਵਨੀ ਦਿੰਦੇ ਹੈ ਕਿ ਜੋ ਕਲਯੁਗ ਦੇ ਸਮੇਂ 'ਚ ਨਾਮ ਦੇ ਬੀਜ ਨੂੰ ਬੀਜਣ ਦੀ ਥਾਂ ਕਰਮਾਂ ਧਰਮਾਂ ਦੇ ਬੀਜ ਬੀਜਦੇ ਹੈ, ਭਾਵ ਨਾਮ ਨੂੰ ਛੱਡ ਕੇ ਹੋਰ ਫੋਕਟ ਕਰਮ ਕਾਂਡਾਂ ਦੇ ਧਾਰਨੀ ਬਣ ਜਾਂਦੇ ਹੈ, ਇੰਝ ਜਾਣ ਲਓ ਕਿ ਉਹਨਾਂ ਨੇ ਲਾਭ ਤੱਕ ਹੀ ਖੱਟਣਾ, ਸਗੋਂ ਸਵਾਸਾ ਰੂਪੀ ਪੂੰਜੀ ਜੋ ਪਰਮੇਸ਼ਰ ਜੀ ਨੇ ਮੂਲ ਰੂਪ 'ਚ ਦਿੱਤੀ ਉਹ ਵੀ ਵਿਅਰਥ ਗਵਾ ਲੈਂਦੇ ਹੈ। ਕਲਯੁਗ ਬੀਜ ਬੀਜੇ ਬਿਨ ਨਾਵੇ, ਸਭ ਲਾਹਾ ਮੂਲ ਗਵਾਇਆ। ਉਪਰੋਕਤ ਗੁਰਵਾਕਾਂ ਰਾਹੀਂ ਅਤੇ ਹੋਰ ਬੇਅੰਤ ਗੁਰੂ ਕੀ ਬਾਣੀ ਰਾਹੀਂ ਸਾਨੂੰ ਪ੍ਰੇਰਨਾ ਮਿਲਦੀ ਹੈ ਕਿ ਮਨੁੱਖਾ ਜਨਮ ਦੀ ਸਫਲਤਾ ਵਾਸਤੇ ਅਤੇ ਜੀਵ ਆਤਮਾ ਦੀ ਪ੍ਰਭੂ ਦਰ ਸਮਾਈ ਵਾਸਤੇ ਸਤਿਗੁਰੂ ਜੀ ਨੇ ਇਸ ਕਲਯੁਗ ਦੇ ਸਮੇਂ 'ਚ ਨਾਮ ਨੂੰ ਹੀ ਪ੍ਰਧਾਨਤਾ ਦਿੱਤੀ ਹੈ ਅਤੇ ਨਾਮ ਜਪਣ ਵਾਸਤੇ ਸਾਰੀ ਗੁਰਬਾਣੀ 'ਚ ਪ੍ਰੇਰਨਾ ਹੈ। ਜੇ ਇੰਝ ਕਹਿ ਲਈਏ ਤਾਂ ਕੋਈ ਅੱਤ ਕਥਨੀ ਨਹੀਂ ਹੋਏਗੀ ਕਿ ਪਰਮੇਸ਼ਰ ਜੀ ਨੇ ਇਹ ਮਨੁੱਖਾ ਜੀਵਨ ਦਿੱਤਾ ਹੀ ਨਾਮ ਜਪਣ ਵਾਸਤੇ ਹੈ, ਤਾਂ ਜੋ ਅਨੇਕ ਜੂਨਾਂ 'ਚ ਕਰਮਾਂ ਅਨੁਸਾਰ ਭਰਮਣ ਪਿੱਛੋਂ ਇਹ ਜੀਵ ਆਤਮਾ ਪ੍ਰਭੂ ਪਰਮੇਸ਼ਰ ਜੀ ਦੇ ਨਾਮ 'ਚ ਸਿਮਰਨ ਦੁਆਰਾ ਭੇਦ ਹੋ ਸਕੇ। ਜੋ ਮਨੁੱਖਾ ਜਨਮ ਨੂੰ ਸੰਸਾਰਕ ਧੰਦਿਆਂ ਅਤੇ ਫੋਕਟ ਕਰਮਾਂ ਧਰਮਾਂ ਤੱਕ ਹੀ ਸੀਮਤ ਰੱਖ ਅਜਾਈਂ ਹੀ ਸਮਾਂ ਗਵਾ ਕੇ ਇਸ ਸੰਸਾਰ ਤੋਂ ਜਾਂਦਾ ਹੈ। ਗੁਰਦੇਵ ਤੀਸਰੇ ਪਾਤਸ਼ਾਹ ਜੀ ਕਿੰਨੀ ਤਾੜਨਾ ਕਰਕੇ ਲਾਹਨਤ ਪਾਉਂਦੇ ਹੈ। ਲਾਹਨਤ ਹੈ ਐਸੇ ਜੀਵ ਨੂੰ ਸਮੇਤ ਟੱਬਰ ਅਤੇ ਮਿੱਤਰ ਦੇ ਜਿਹਦੇ ਸਰੀਰ ਨਾਲ ਇਸ ਜਨਮ 'ਚ ਮਾਲਕ ਨੂੰ ਪ੍ਰਾਪਤ ਹੀ ਨਹੀਂ ਕੀਤਾ। ਮਨੁੱਖਾ ਜਨਮ ਜੋ 84 ਲੱਖ ਜੂਨ ਦਾ ਸਿਖਰਲਾ ਡੰਡਾ ਹੈ, ਜੇ ਹੱਥ 'ਚੋਂ ਛੁੱਟ ਗਿਆ ਤਦ ਮੁੜ ਪ੍ਰਾਪਤ ਨਹੀਂ ਹੋਣਾ। ਇਹ ਜਨਮ ਵਿਅਰਥ ਹੀ ਚੱਲਿਆ ਜਾਣਾ ਹੈ। ਤ੍ਰਿਗ ਸਰੀਰ ਕੁਟੰਬ ਸਹਿਤ ਸਿਓ ਜਿਤ ਹੁਣ ਖਸਮ ਨਾ ਪਾਇਆ, ਪੌੜੀ ਛੁੜਕੀ ਫਿਰ ਹਾਥ ਨਾ ਆਵੇ, ਅਹਿਲਾ ਜਨਮ ਗਵਾਇਆ। ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਫਰਮਾਨ ਕਰਦੇ ਆ ਕਿ ਜਿਹੜੇ ਮਨੁੱਖਾ ਜਨਮ ਪਾ ਕੇ ਵੀ ਨਾਮ ਨਹੀਂ ਜਪਦੇ, ਜੇ ਉਹਨਾਂ ਦੀ ਮਾਤਾ ਨੂੰ ਹਰੀ ਪਰਮੇਸ਼ਰ ਬਾਂਝ ਕਰ ਦਿੰਦਾ ਤਾਂ ਚੰਗਾ ਸੀ। ਉਹ ਨਾਮ ਤੋਂ ਵੀ ਹੁਣੇ ਇਸ ਸੰਸਾਰ 'ਚ ਇਵੇਂ ਫਸੇ ਹੋਏ ਖੱਪ ਰਹੇ ਆ ਜਿਵੇਂ ਕੋਈ ਮੀਚਕਣਿਆਂ ਇੱਕ ਕੰਡੇਦਾਰ ਬੂਟਾ ਜਿਹਦੇ ਕੰਡੇ ਪੁੱਠੇ ਲੱਗੇ ਹੁੰਦੇ ਆ, ਵਿੱਚ ਫਸਿਆਂ ਪਰੇਸ਼ਾਨ ਹੁੰਦਾ ਹੈ। ਜਿਨ ਹਰ ਹਿਰਦੇ ਨਾਮ ਨਾ ਬਸਿਓ, ਤਿਨ ਮਾਤ ਕੀਜੈ ਹਰ ਬਾਂਝਾ, ਤਿਨ ਸੁੰਝੀ ਦੇ ਫਿਰੈ ਬਿਨ ਨਾਵੇਂ, ਉਹ ਖੱਪ ਖੱਪ ਮੋਈ ਕਰੰਜਾ। ਹੁਣ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਜੀਵ ਆਤਮਾ ਦੀ ਪ੍ਰਭੂ ਦਰ ਸਮਾਈ ਕਰਵਾ ਕੇ ਸ਼ਾਂਤੀ ਪ੍ਰਦਾਨ ਕਰਨ ਵਾਲਾ ਨਾਮ, ਜਿਸ ਤੋਂ ਬਿਨਾਂ ਕਲਿਆਣ ਹੋ ਸਕਣੀ ਨਾਮੁਮਕਿਨ ਹੈ, ਅਤੇ ਸਾਰੀ ਗੁਰੂ ਕੀ ਬਾਣੀ ਬਾਰ-ਬਾਰ ਜਿਹਨੂੰ ਜਪਣ ਲਈ ਉਪਦੇਸ਼ ਕਰਦੀ ਹੈ, ਇੰਨੀ ਮਹਾਨਤਾ ਵਾਲਾ ਨਾਮ ਕਿੱਥੋਂ ਅਤੇ ਕਿਵੇਂ ਪ੍ਰਾਪਤ ਹੋ ਸਕਦਾ ਹੈ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਫਰਮਾਨ ਕਰਦੇ ਹੈ ਕਿ ਸਤਿਗੁਰੂ ਜੀ ਹੀ ਹਰੀ ਨਾਮ ਦੇ ਦਾਤੇ ਹੈ, ਜਿਨ੍ਹਾਂ ਉੱਪਰ ਪ੍ਰਭੂ ਦੀ ਬਖਸ਼ਿਸ਼ ਹੁੰਦੀ ਹੈ।
ਉਹਨਾਂ ਨੂੰ ਗੁਰੂ ਦੀ ਪ੍ਰਾਪਤੀ ਹੁੰਦੀ ਹੈ, ਕਿਉਂਕਿ ਹਰੀ ਨੂੰ ਸਤਿਗੁਰੂ ਜੀ ਨੇ ਆਪ ਬੁੱਝਿਆ। ਇਸ ਕਰਕੇ ਗੁਰੂ ਵਰਗਾ ਸੰਸਾਰ 'ਚ ਹੋਰ ਕੋਈ ਨਹੀਂ। ਸਤਿਗੁਰ ਦਾਤਾ ਹਰ ਨਾਮ ਕਾ, ਪ੍ਰਭ ਆਪ ਮਿਲਾਵੇ ਸੋਈ। ਸਤਿਗੁਰ ਹਰ ਪ੍ਰਭ ਬੁੱਝਿਆ, ਗੁਰੂ ਜੇਵ ਡਵਰ ਨਾ ਕੋਈ। ਤੀਸਰੇ ਗੁਰਦੇਵ ਜੀ ਗੌੜੀ ਰਾਗ 'ਚ ਪ੍ਰੇਰਨਾ ਦਿੰਦੇ ਹੈ ਕਿ ਸਤਿਗੁਰੂ ਪਾਸੋਂ ਹੀ ਨਾਮ ਦੀ ਪ੍ਰਾਪਤੀ ਹੋਣੀ ਹੈ। ਅਤੇ ਸਤਿਗੁਰੂ ਦੀ ਪ੍ਰਾਪਤੀ ਕਿਸ ਨੂੰ ਹੁੰਦੀ ਹੈ? ਜਿਸ ਉੱਪਰ ਪ੍ਰਭੂ ਜੀ ਦੀ ਕਿਰਪਾ ਦ੍ਰਿਸ਼ਟੀ ਹੋਵੇ। ਸਤਿਗੁਰ ਤੇ ਨਾਮ ਪਾਈਏ, ਕਰਮ ਮਿਲੇ ਪ੍ਰਭ ਸੋਈ। ਸਤਿਗੁਰ ਦਾਤੇ ਨੇ ਹਿਰਦੇ 'ਚ ਨਾਮ ਦ੍ਰਿੜ ਕਰਵਾ ਦਿੱਤਾ, ਜਿਸ ਸਦਕਾ ਸਾਡੇ ਮੱਥੇ ਦੇ ਭਾਗ ਸ੍ਰੇਸ਼ਟ ਬਣ ਗਏ। ਪਰ ਸਤਿਗੁਰਾਂ ਨੇ ਨਾਮ ਕਦੋਂ ਦ੍ਰਿੜ ਕਰਾਇਆ? ਜਦ ਇਸ ਜੀਵ ਨੇ ਸਭ ਕੁਝ ਬਿਨਾਂ ਸ਼ਰਤ ਗੁਰੂ ਨੂੰ ਸਮਰਪਿਤ ਕਰ ਦਿੱਤਾ। ਹਰ ਹਰ ਅਰਥ ਸਰੀਰ ਹਮ ਵੇਚਿਆ, ਪੂਰੇ ਗੁਰ ਕੇ ਆਗੈ। ਸਤਿਗੁਰ ਦਾਤੇ ਨਾਮ ਦ੍ਰਿੜਾਇਆ, ਮੁਖ ਮਸਤਕ ਭਾਗ ਸੁਭਾਗੈ।